स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਗੁਰਬਾਣੀ ਦੇ ਵਿੱਚ ਅਕਸਰ ਹੀ ਅਸੀਂ ਸੁਣਦੇ ਹਾਂ ਤੇ ਪੜ੍ਹਦੇ ਵੀ ਹਾਂ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਗੁਰੂ ਸਾਹਿਬ ਨੇ ਔਰਤ ਨੂੰ ਸਰਵਉੱਚ ਦਰਜਾ ਦਿੱਤਾ, ਪਰ ਉਸ ਦਰਜੇ ਦਾ ਕਿੰਨਾ ਮਾਣ ਤੇ ਸਤਿਕਾਰ ਰਹਿ ਗਿਆ ਇਹ ਸ਼ਾਇਦ ਦੱਸਣ ਦੀ ਜ਼ਰੂਰਤ ਨਹੀਂ ਹੈ। ਪਿਛਲੇ 10 ਦਿਨਾਂ ਦੇ ਵਿੱਚ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਕੁੜੀਆਂ ਤੇ ਔਰਤਾਂ ਨਾਲ ਹੋਈਆਂ ਘਟਨਾਵਾਂ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਜ਼ਰੂਰ ਕਰ ਦਿੱਤਾ ਕਿ ਕਿਵੇਂ ਰਹਿਣ ਔਰਤਾਂ ਤੇ ਕੁੜੀਆਂ ਇਸ ਸ਼ਹਿਰ ਦੇ ਵਿੱਚ ਸੁਰੱਖਿਅਤ। ਕੋਈ ਕਹਿੰਦਾ ਰਾਤ ਨੂੰ ਕੁੜੀਆਂ ਘਰ ਦੇ ਵਿੱਚ ਰਹਿਣ ਤੇ ਕੋਈ ਕਹਿੰਦਾ ਮਰਦ ਘਰ ਦੇ ਵਿੱਚ ਰੱਖੋ। ਇਹ ਕਿਹੋ ਜਿਹੀ ਮਾਨਸਿਕਤਾ ਹੈ ਜਾਂ ਫਿਰ ਇਹ ਕਹਿ ਲਓ ਇਹ ਕਿਹੋ ਜਿਹੀ ਆਜ਼ਾਦੀ ਹੈ ਜਿੱਥੇ ਰਾਤ ਨੂੰ ਘਰੋਂ ਬਾਹਰ ਨਿਕਲੇ ਇਸੇ ਤੇ ਹੀ ਕਿੰਤੂ ਪਰੰਤੂ ਹੋ ਰਿਹਾ। ਆਖਿਰਕਾਰ ਸਾਡਾ ਸਮਾਜ ਕਿੱਧਰ ਵੱਲ ਜਾ ਰਿਹਾ, ਸਾਡਾ ਨਜ਼ਰੀਆ ਕਿੱਧਰ ਵੱਲ ਜਾ ਰਿਹਾ। ਤੇ ਉਸ ਵਕਤ ਜਦੋਂ ਅਸੀਂ ਇਹ ਕਹਿੰਦੇ ਕਿ ਇਹ ਮਾਡਰਨ ਸਿਟੀ ਹੈ, ਇਸ ਦੇ ਵਿੱਚ ਸਾਰੇ ਸੁਰੱਖਿਅਤ ਨੇ, ਇੱਥੇ ਸੋਚ ਬੜੀ ਡਿਵੈਲਪ ਹੋ ਚੁੱਕੀ ਹੈ, ਇੱਥੇ ਪੁਲਿਸ ਬੜੀ ਡਿਵੈਲਪ ਹੋ ਚੁੱਕੀ ਹੈ, ਜਦੋਂ ਅਜਿਹੀਆਂ ਘਟਨਾਵਾਂ ਆਉਂਦੀਆਂ ਨੇ ਤੇ ਐਂ ਲੱਗਦਾ ਕਿ ਅਸੀਂ ਸਿਫਰ ਤੇ ਹਾਲੇ ਵੀ ਖੜੇ ਹਾਂ। ਇਸੇ ਤੇ ਅੱਜ ਅਸੀਂ ਇੱਕ ਵਿਚਾਰ ਚਰਚਾ ਲੈ ਕੇ ਆਏ ਹਾਂ ਔਰ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਘਟਨਾਵਾਂ ਕਿਉਂ ਹੋ ਰਹੀਆਂ ਨੇ, ਕਿਉਂ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਔਰ ਇਸ ਸਭ ਦੇ ਲਈ ਜ਼ਿੰਮੇਵਾਰ ਕੌਣ ਹੈ। ਇਸੇ ਤੇ ਅੱਜ ਅਸੀਂ ਚਰਚਾ ਕਰਾਂਗੇ। ਸਾਡੇ ਨਾਲ ਹਰਜਿੰਦਰ ਕੌਰ ਜੀ ਮੌਜੂਦ ਨੇ, ਚੇਅਰਪਰਸਨ ਨੇ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ, ਔਰ ਪ੍ਰਭਜੋਤ ਕੌਰ ਜੀ ਮੌਜੂਦ ਨੇ, ਸਾਬਕਾ ਪ੍ਰਿੰਸੀਪਲ ਨੇ ਤੇ ਸਮਾਜ ਸੇਵਿਕਾ ਨੇ। ਇਸ ਦੇ ਨਾਲ ਹੀ ਸਾਡੇ ਨਾਲ ਸ਼ੀਨੂ ਮੌਜੂਦ ਨੇ, ਆਗੂ ਨੇ ABVP ਦੇ, ਔਰ ਰਿਚਾ ਕੋਹਲੀ ਜੀ ਮੌਜੂਦ ਨੇ, ਸਮਾਜ ਸੇਵਿਕਾ ਨੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਹਰਜਿੰਦਰ ਕੌਰ ਜੀ, ਸਭ ਤੋਂ ਪਹਿਲਾਂ ਮੇਰਾ ਤੁਹਾਨੂੰ ਸਵਾਲ ਹੈ ਕਿ ਅਸੀਂ ਸੁਰੱਖਿਅਤ ਹਾਂ, ਔਰਤਾਂ ਕੁੜੀਆਂ, ਕੋਈ ਕਹਿੰਦਾ ਦਿਨੇ ਨਾ ਨਿਕਲੋ, ਕੋਈ ਕਹਿੰਦਾ ਰਾਤ ਨੂੰ ਨਿਕਲੋ, ਪਰ ਜਿਹੜੀਆਂ ਘਟਨਾਵਾਂ ਪਿਛਲੇ 10 ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵਾਪਰੀਆਂ ਨੇ ਉਹਨਾਂ ਨੇ ਨਾ ਸਿਰਫ ਸਵਾਲ ਖੜੇ ਕੀਤੇ ਨੇ ਬਲਕਿ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਔਰਤਾਂ ਤੇ ਕੁੜੀਆਂ ਸੁਰੱਖਿਅਤ ਹੀ ਨਹੀਂ ਨੇ ਇਸ ਸ਼ਹਿਰ ਦੇ ਵਿੱਚ। ਦੇਵਿੰਦਰ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਅੱਜ ਹਾਲਾਤ ਇੱਥੇ ਪਹੁੰਚ ਗਏ ਨੇ ਕਿ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਸੋਚਣ ਲਈ ਮਜਬੂਰ ਹੋਣਾ ਪਊਗਾ ਕਿ ਅੱਜ ਮਨੁੱਖ ਦੀ ਮਾਨਸਿਕਤਾ ਕਿੱਥੇ ਪਹੁੰਚ ਗਈ ਹੈ। ਅਸੀਂ ਕਦੇ ਸ਼ੁਰੂ ਹੋਏ ਸੀਗੇ ਪਿੰਡਾਂ ਦੀਆਂ ਸੱਥਾਂ, ਸਾਡੇ ਵਿਹੜੇ ਸਾਡੇ ਲਈ ਸੇਫੈਸਟ ਜ਼ੋਨ ਹੁੰਦੇ ਸੀ ਤੇ ਸਾਰਾ ਪਿੰਡ ਸਾਡੀ ਵਾਰਡ ਹੁੰਦਾ ਸੀ। ਚੰਡੀਗੜ੍ਹ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਅਲੱਗ-ਅਲੱਗ ਥਾਵਾਂ ਤੋਂ ਲੋਕ ਆ ਕੇ ਵਸੇ ਨੇ, ਮਾਈਗ੍ਰੇਟਰੀ ਬਹੁਤ, ਇੱਥੇ ਕਈ ਤਰ੍ਹਾਂ ਦੇ ਕਲਚਰਸ ਆਏ ਨੇ। ਔਰ ਅੱਜ ਦਾ ਦਿਨ ਜਦੋਂ ਚੰਡੀਗੜ੍ਹ ਐਜੂਕੇਸ਼ਨ ਹੱਬ ਬਣ ਚੁੱਕਾ ਹੋਇਆ ਹੈ, ਬੱਚੇ ਬਾਹਰੋਂ ਆਏ ਹੋਏ ਨੇ, ਬਹੁਤ ਸਾਰਾ ਕੁਝ ਅਸੀਂ ਜੋ ਨੈਟ ਤੋਂ ਵੇਖਦੇ ਹਾਂ ਚੰਗੀਆਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ, ਨੈਗੇਟਿਵਿਟੀ ਨੂੰ ਫੋਲੋ ਕਰਦੇ ਹਾਂ। ਪਰ ਮੈਂ ਉਸ ਤੋਂ ਪਹਿਲਾਂ ਇਹ ਗੱਲ ਕਵਾਂਗੀ ਕਿ ਚੰਡੀਗੜ੍ਹ ਉਹ ਸ਼ਹਿਰ ਹੈ ਜਿੱਥੇ ਐਕਸਪਰਟੀਜ਼ ਦੀ ਕੋਈ ਕਮੀ ਨਹੀਂ ਹੈ। ਮਤਲਬ ਤੁਸੀਂ ਹਰ ਏਰੀਆ ਦਾ ਇਲੀਟ ਇੱਥੇ ਐਕੈਡੈਮਿਕਸ ਵਿੱਚੋਂ ਲੈ ਲਓ, ਤੁਸੀਂ ਸੀਨੀਅਰ ਸਿਟੀਜ਼ਨਸ ਲੈ ਲਓ, ਤੁਸੀਂ ਆਰਮੀ ਚੋਂ ਲੈ ਲਓ। ਪਰ ਅੱਜ ਮੈਨੂੰ ਇਸ ਗੱਲ ਦੀ ਜ਼ਰੂਰ ਹੈਰਾਨੀ ਹੋ ਰਹੀ ਹੈ, ਪ੍ਰਸ਼ਾਸਨ ਸਮੇਤ ਸਾਰੇ ਸਿਟੀਜ਼ਨਸ ਲਈ ਵੀ ਇੱਕ ਸਵਾਲ ਹੈ ਕਿ ਅਸੀਂ ਸਮਾਜ ਵਿੱਚ ਕੋਈ ਆਪਣਾ ਰੋਲ ਨਿਭਾ ਰਹੇ ਹਾਂ। ਅੱਜ ਘਰ ਦੇ ਵਿੱਚ ਸਾਡੀ ਧੀ ਸੁਰੱਖਿਅਤ ਨਹੀਂ ਹੈ, ਚਾਹੇ ਉਹ ਮੇਰੀ ਆਪਣੀ ਬੱਚੀ ਹੈ ਜਾਂ ਮੇਰੀ ਕੰਮ ਕਰਨ ਵਾਲੀ ਦੀ ਬੱਚੀ ਹੈ, ਗੱਲ ਤੇ ਇੱਕੋ ਹੀ ਹੈ, ਜ਼ਿੰਮੇਵਾਰੀ ਦੋਨਾਂ ਦੀ ਮੇਰੀ ਬਣਦੀ ਹੈ। ਦੂਸਰਾ, ਘਰ ਤੋਂ ਬਾਹਰ ਪਾਰਕ ਦੇ ਵਿੱਚ ਇਹ ਜੋ ਇਨਸੀਡੈਂਟ ਹੋ ਰਹੇ ਨੇ, ਇਸ ਤੋਂ ਪਹਿਲਾਂ ਮੈਨੂੰ ਲੱਗਦਾ ਸੀ ਸਾਰੇ ਅੱਖਾਂ ਬੰਦ ਕਰਕੇ ਬੈਠੇ ਹਾਂ। ਬੱਚਿਆਂ ਨੂੰ ਅਸੀਂ ਵੇਖਦੇ ਹਾਂ ਸਕੂਲ ਬੰਕ ਕਰਕੇ, ਉਹ ਕਿਹਨਾਂ ਹਾਲਾਤਾਂ ਵਿੱਚ ਪਾਰਕਸ ਵਿੱਚ ਬੈਠੇ ਹੁੰਦੇ ਨੇ। ਪਰ ਸਿਸਟਮ ਜਿਹੜਾ ਹੈ, ਮੈਂ ਜ਼ਰੂਰ ਕਵਾਂਗੀ ਕਿ ਅੱਜ ਗ੍ਰਾਫ ਸਾਨੂੰ ਬੋਲ ਕੇ ਦੱਸ ਰਿਹਾ, ਤੁਸੀਂ ਨੈਸ਼ਨਲ ਲੈਵਲ ਤੇ ਵੀ ਜਦੋਂ ਤੁਸੀਂ ਕ੍ਰਾਈਮ ਰੇਟ ਚੈੱਕ ਕਰੋਗੇ। ਮੈਂ ਇੱਕ ਗੱਲ ਸਿਰਫ ਇਹ ਸਕੂਲ ਬੰਕ ਜਾਂ ਕਾਲਜ ਬੰਕ ਕਰਕੇ ਪਾਰਕਾਂ ਦੇ ਵਿੱਚ ਬਹਿਣ ਦੇ ਨਾਲ ਕ੍ਰਾਈਮ ਦੇ ਨਾਲ ਕੀ ਲੈਣਾ ਦੇਣਾ? ਕੀ ਅਸੀਂ ਬੱਚਿਆਂ ਦੀ ਆਜ਼ਾਦੀ ਨਹੀਂ ਹੈ ਉਹਨਾਂ ਨੂੰ ਕਿ ਉਹ ਕਾਲਜ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਉਹ ਜਾ ਕੇ ਪਾਰਕ ਦੇ ਵਿੱਚ ਬਹਿ ਸਕਦੇ ਨੇ? ਦੇਵਿੰਦਰ ਜੀ, ਇਹ ਆਜ਼ਾਦੀ ਕਿੱਦਾਂ ਦੀ ਹੈ ਜਿਹੜੀ ਤੁਹਾਨੂੰ ਘਰ ਤੋਂ ਝੂਠ ਬੁਲਾ ਰਹੀ ਹੈ? ਇਹ ਨਹੀਂ ਹੁੰਦਾ। ਅਸੀਂ ਆਪਣੀਆਂ ਕਦਰਾਂ, ਆਪਣੀਆਂ ਵੈਲਿਊਜ਼ ਨੂੰ ਛੱਡ ਕੇ ਕਦੀ ਕਿਤੇ ਨਹੀਂ ਪਹੁੰਚ ਸਕਦੇ। ਬੱਚੇ ਬੱਚੇ ਨੇ, ਸਾਨੂੰ ਉਹਨਾਂ ਨੂੰ ਇੱਕ ਡਿਸਪਲਿਨ ਸਿਸਟਮ ਦੇਣਾ ਪਏਗਾ। ਕ੍ਰਾਈਮ ਦੇ ਵਿੱਚ ਵਾਧਾ ਕਰ ਰਹੀਆਂ, ਸਵਾਲ ਇਹ ਉੱਠਦਾ। ਬਿਲਕੁਲ, ਮੈਂ ਕਹਾਂਗੀ ਇਹ ਵੀ ਇੱਕ ਮਾਹੌਲ ਕ੍ਰੀਏਟ ਕਰ ਰਿਹਾ ਹੈ। ਉਸ ਟੋਟਲ ਜਿਹੜਾ ਇੱਕ ਵਲਗੈਰਿਟੀ ਚਾਰੋਂ ਪਾਸੇ ਜਾ ਰਹੀ ਹੈ ਔਰ ਅਸੀਂ ਸਾਰੇ ਵੱਡੇ ਜਿਹੜੇ ਆ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਰਹੇ ਹਾਂ। ਅਸੀਂ ਕੋਈ ਰੋਲ ਹੀ ਨਹੀਂ ਪਲੇ ਕਰ ਰਹੇ। ਪੈਰੈਂਟਿੰਗ ਸਿਰਫ ਘਰ ਤੱਕ ਨਹੀਂ ਸੀਮਤ, ਆਪਣੇ ਬੱਚੇ ਤੱਕ ਨਹੀਂ ਸੀਮਤ। ਜਦੋਂ ਅਸੀਂ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਬਾਹਰ ਨਿਕਲਦੇ ਹਾਂ, ਜਦੋਂ ਸਾਨੂੰ ਅਵਾਰਡ ਮਿਲਦੇ ਨੇ ਐਡੇ ਐਡੇ ਵੱਡੇ, ਇੰਨੀਆਂ ਡੈਕੋਰੇਟਿਵ ਲੇਬਲਸ ਲੈ ਕੇ ਅਸੀਂ ਚੱਲਦੇ ਹਾਂ, ਸੋਸ਼ਲ ਐਕਟਿਵਿਸਟ ਜਾਂ ਕੋਈ ਵੀ ਹੋਰ, ਉਹਦੇ ਨਾਲ ਮੈਨੂੰ ਲੱਗਦਾ ਹੈ ਅੱਜ ਮੈਂ ਆਪਣੇ ਆਪ ਚੰਡੀਗੜ੍ਹ ਦੀ ਨਾਗਰਿਕ ਹੁੰਦਿਆਂ ਸ਼ਰਮਸਾਰ ਮਹਿਸੂਸ ਕਰ ਰਹੀ ਹਾਂ ਕਿ ਹਾਲਾਤ ਇੰਨੇ ਨੀਵੇਂ ਆ ਗਏ ਨੇ। ਸਾਨੂੰ ਹੁਣ ਕੱਲੇ ਨੂੰ ਸੈਂਸਿਟਾਈਜ਼ ਕਰਨਾ ਪਏਗਾ। ਤੁਸੀਂ ਜ਼ਿੰਮੇਵਾਰੀ ਆਪਣੇ ਤੋਂ ਸ਼ੁਰੂ ਕਰ ਰਹੇ ਹੋ, ਪੇਰੈਂਟਸ ਔਰ ਸਮਾਜ ਤੋਂ। मैं थोड़े को वापस आऊँगा। प्रभजोत कौर जी, इन्होंने शुरुआत जी जिम्मेवारी की है वो अपने आप तो की है, पेरेंट्स तो या समाज तो। एक वड्डी जिम्मेवारी जो असी अजिही घटना वापरती है, सब तो पहला असी पुलिस, उस तो बाद प्रशासन, उस तो बाद सरकार ते जिम्मेवारी सटते हैं कि साडी सुरक्षा की जिम्मेवारी इन्हां दी है और बनती भी है। सब तो वड्डा सवाल की इन्हां तिन्हां धिरां ते नहीं होना चाहिए?
देखो जी, प्रशासन की सरकार की जिम्मेवारी बनती है, ये कोई शक वाली गल नहीं। वो एडमिनिस्ट्रेशन लिए बैठे ने, पर आखिर सरकार बनाई किन्ने है? असी सरकार बनाई है। सरकार वही करती है जो असी एक्सपैक्ट करते हैं। उन्होंने भी तो वोटां जितनियां ने। सो सानू इस गल लई जिन्नी देर तक लोगों को सेंसिटिव असी नहीं कर देंगे कि ये गल बुरी है, उन्नी देर तक सरकार भी पुलिस भी कोई भी हरकत विच नहीं आंदा। सगों मैं देखा है कि किसी वेले कोई इहो जिहा मौका हो जाए। अज जो गल हो रही सी कि जी उस बच्ची की इंटरव्यू की, वो पुलिस वाले आए, ये आए, तो मैं सोच रही सी भी उस वेले पुलिस वालियां दी की मानसिकता होएगी ते उस बच्ची दी की मानसिकता होएगी। सो उस बच्ची की मानसिकता नूं तां समझण दी लोड़ है ही है, पर अफसोस है कि पुलिस वालियां दी मानसिकता भी उस वेले क्राइम नूं सॉल्व करन नालों नैगेटिव साइड ते ज्यादा हुंदी है। भी पता नहीं शायद इस लड़की दा की कसूर है। इस सारे पासे सानू मानसिकता बदलण दी लोड़ है। इत्थे साइकी दी गल है, ये क्राइम दी गल ते है ही है, इहदे विच कोई शक वाली गल नहीं। पर जिन्नी देर तक साडा सोचण दा तरीका नहीं बदलदा, until and unless we learn to respect women, so not only respect women, we learn to respect each other। सानू सारियां नू एक दूजे दी इज्जत एज ह्यूमन बीइंग्स जिन्नी देर तक नहीं करनी आंदी, उन्नी देर तक असी इस क्राइम तो छुटकारा नहीं पा सकते। बिल्कुल। मैं अगे ਵਧਣ ਤੋਂ ਪਹਿਲਾਂ ਥੋੜੇ ਜਿਹੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ 7-8-10 ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ। 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ 12 ਸਾਲ ਦੀ ਇੱਕ ਲੜਕੀ ਦੇ ਨਾਲ ਰੇਪ ਹੋਇਆ, ਦਿਨ ਦਿਹਾੜੇ ਰੇਪ ਹੋਇਆ, ਜਦੋਂ ਕਿ ਸਾਡੇ ਲੀਡਰ ਸਾਹਿਬਾਨ ਕਹਿੰਦੇ ਨੇ ਕਿ ਰਾਤ ਨੂੰ ਕੁੜੀਆਂ ਬਾਹਰ ਨਾ ਨਿਕਲਣ, ਦਿਨੇ ਜਿਹੜੀਆਂ ਨਿਕਲਦੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਤੁਸੀਂ ਸਾਂਭ ਲਓ, ਸ਼ਾਇਦ ਰਾਤ ਨੂੰ ਨਿਕਲਣ ਦੀ ਜ਼ਰੂਰਤ ਹੀ ਨਾ ਪਵੇ। ਇਸੇ ਤਰ੍ਹਾਂ 14 ਤਰੀਕ ਦੀ ਰਾਤ ਨੂੰ ਸੈਕਟਰ 36 ਦੇ ਵਿੱਚ ਕਿਡਨੈਪਿੰਗ ਦੀ ਕੋਸ਼ਿਸ਼ ਹੋਈ ਹੈ। 31 ਸੈਕਟਰ ਦੇ ਵਿੱਚ ਇੱਕ ਲੜਕੀ ਦੀ ਕਿਡਨੈਪਿੰਗ ਦੀ ਕੋਸ਼ਿਸ਼ ਹੋਈ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਕੇਸਿਸ ਨੇ। ਹੁਣ ਇਹ ਸਮਝ ਨਹੀਂ ਆਉਂਦਾ ਕਿ ਅਜਿਹੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਕਿਉਂ ਹੋ ਰਿਹਾ, ਜਦੋਂ ਮੀਡੀਆ ਵੀ ਹਾਈਲਾਈਟ ਕਰਕੇ ਇੱਕ ਕੇਸ ਨੂੰ ਦਿਖਾ ਰਿਹਾ, ਪੁਲਿਸ ਵੀ ਕਹਿ ਰਹੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਵਰਨੀਕਾ ਕੁੰਡੂ ਦਾ ਜਿਹੜਾ ਕੇਸ ਹੈ ਉਹ ਸਭ ਦੇ ਸਾਹਮਣੇ ਹੀ ਹੈ। ਜਿੰਨੀ ਹਾਈਲਾਈਟ ਉਸ ਨੂੰ ਕੀਤਾ ਗਿਆ, ਉਸ ਤੋਂ ਬਾਅਦ ਸ਼ਾਇਦ ਸੋਚਿਆ ਗਿਆ ਸੀ ਕਿ ਹੁਣ ਕ੍ਰਾਈਮ ਰੇਟ ਘਟ ਜਾਏਗਾ, ਪਰ ਉਸ ਤੋਂ 1-2 ਦਿਨ ਬਾਅਦ ਹੀ ਅਜਿਹੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ ਨੇ। ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਪਰਾਧੀਆਂ ਦੇ ਮਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ। ਇਹ ਇੱਕ ਵੱਡਾ ਸਵਾਲ ਜ਼ਰੂਰ ਪੈਦਾ ਹੋ ਜਾਂਦਾ ਹੈ। ਸ਼ੀਨੂ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਬੀਇੰਗ ਅ ਸਟੂਡੈਂਟ, ਬੀਇੰਗ ਇੱਕ ਨੌਜਵਾਨ ਲੜਕੀ, ਤੁਸੀਂ ਕੀ ਸੋਚਦੇ ਹੋ ਕਿ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਦਿਨ ਦਿਹਾੜੇ, ਨਾਟ ਇਵਨ ਘਰ, ਨਾਟ ਇਵਨ ਕਿਸੇ ਹੋਟਲ ਦੇ ਵਿੱਚ ਜਾਂ ਕਿਧਰੇ, ਪਬਲਿਕ ਪਲੇਸਿਸ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਉਸ ਤੋਂ ਬਾਅਦ ਅਸੀਂ ਕਿਵੇਂ ਇਹ ਮਹਿਸੂਸ ਕਰ ਸਕਦੇ ਹਾਂ ਕਿ ਅਸੀਂ ਸੁਰੱਖਿਅਤ ਹਾਂ? ਮੈਂ ਇਹੀ ਕਹਿਣਾ ਚਾਹੂੰਗੀ ਕਿ ਪਬਲਿਕ ਪਲੇਸਿਸ ਦੇ ਵਿੱਚ ਚਾਹੇ ਉਹ ਦਿਨ ਹੈ ਚਾਹੇ ਰਾਤ ਹੈ, ਲੜਕੀਆਂ ਸੇਫ ਨਹੀਂ ਹੈਗੀਆਂ। ਚੰਡੀਗੜ੍ਹ ਵਰਗੇ ਸ਼ਹਿਰ 'ਚ ਜਿੱਥੇ ਇੰਨੇ ਐਜੂਕੇਟਡ ਲੋਕ ਰਹਿੰਦੇ ਹੈ, ਉੱਥੇ ਇਹੋ ਜਿਹੀ ਘਟਨਾ ਵਾਪਰ ਰਹੀ ਹੈ ਤੇ ਉਸ ਨੂੰ ਬਿਲਕੁਲ ਅਸੀਂ ਕੰਡੈਮ ਕਰਦੇ ਹਾਂ। ਇਹਨਾਂ ਘਟਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੜਕੀਆਂ ਨੂੰ ਘਰੇ ਅੰਦਰ ਨਾ ਰਾਤ ਨੂੰ ਰੱਖਿਆ ਜਾਣਾ ਚਾਹੀਦਾ ਨਾ ਦਿਨੇ। ਇਹ ਤਾਂ ਦਿਨ ਦੀ ਘਟਨਾ ਸੀ, ਸਵੇਰ ਦੀ ਘਟਨਾ ਸੀ, ਜੋ ਕਿ ਬਿਲਕੁਲ ਹੀ ਨਿੰਦਨੀय ਹੈਗੀ ਹੈ। और रात लगता है शीनू की पुलिस वालों कोई सख्त कार्रवाई या तुरंत कार्रवाई नहीं की जा रही। एक एग्जांपल ही है कि मैसेज जेड़ा अपराधियों को देना चाहिए सी वो नहीं जा पा रहा, ਤੁਹਾਨੂੰ ਇਹ ਲੱਗਦਾ? बिल्कुल कोई भी पुलिस इस टाइम ਤੇ कोई भी स्ट्रिक्ट एक्शन नहीं ले रही है। जरूरी है कि नाल दी नाल एक्शन लेना चाहिए है और सजा दी जानी चाहिए है ताकि दोबारा घटना ना वापरे। बिल्कुल एक वड्डी गल हुंदी है मानसिकता दी, जो तुसीं स्टार्टिंग कीता भी ਇਹ ਕਿਹੋ ਜਿਹੀ ਮਾਨਸਿਕਤਾ। ਜੇ ਅਸੀਂ ਸਖਤ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਨਹੀਂ ਸਮਝ ਆਉਂਦਾ ਜਦੋਂ ਦਾਮਨੀ ਕੇਸ ਹੋਇਆ ਸੀ ਦਸੰਬਰ ਦੇ ਵਿੱਚ, ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਖਤ ਸਜ਼ਾ ਦਿੱਤੀ ਗਈ, ਜਿੰਨੀ ਤੇਜ਼ੀ ਦੇ ਨਾਲ ਫੈਸਲਾ ਦਿੱਤਾ ਗਿਆ, ਉਸ ਤੋਂ ਬਾਅਦ ਇਹ ਸਮਝਿਆ ਗਿਆ ਸੀ ਕਿ ਸ਼ਾਇਦ ਜਿਹੜੇ ਅਪਰਾਧਿਕ ਵਿਰਤੀ ਵਾਲੇ ਲੋਕ ਨੇ ਉਹਨਾਂ ਨੂੰ ਇਹ ਮੈਸੇਜ ਮਿਲ ਗਿਆ ਹੋਏਗਾ ਕਿ ਹੁਣ ਨਾ ਤਾਂ ਸਰਕਾਰ ਚੁੱਪ ਰਹਿਣ ਵਾਲੀ ਹੈ ਨਾ ਕਾਨੂੰਨ, ਛੇਤੀ ਐਕਸ਼ਨ ਲਿਆ ਜਾਏਗਾ। ਪਰ ਉਸ ਤੋਂ ਬਾਵਜੂਦ ਕੋਈ ਰੁਕਾਵਟ ਨਹੀਂ ਆਈ, ਕੋਈ ਘਾਟ ਨਹੀਂ ਮਹਿਸੂਸ ਕੀਤੀ। ਅਜਿਹੇ ਕ੍ਰਾਈਮ ਜਿਹੜੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਪੁਲਿਸ ਦੀ ਹੈ ਹੀ ਹੈ, ਕਿ ਮੌਲਿਕ ਜ਼ਿੰਮੇਵਾਰੀ ਵੀ ਸਾਡੀ ਹੈਗੀ ਸਮਾਜ ਦੀ, ਘਰ ਦੀ, ਉਹ ਜ਼ਿੰਮੇਵਾਰੀ ਜ਼ਿਆਦਾ ਵੱਡੀ ਹੈ ਪ੍ਰਸ਼ਾਸਨ ਤੇ ਪੁਲਿਸ ਦੇ ਨਾਲੋਂ? आई फील जैसे मैम ने बोला कि बहुत ज़रूरी है कि जो हमारा वैल्यू सिस्टम है, जो हम अपने आप को जिम्मेवार, बिकॉज आई थिंक इट्स नॉट जस्ट पुलिस, इट्स नॉट जस्ट द सोसाइटी, इट्स नॉट द जेंडर। हम ये नहीं कह सकते कि ये मेल है तो फीमेल है इसलिए इसकी गलती है। आई थिंक इट इज़ वी हैव टू ब्लेम आवरसेल्व्स फॉर आवर ओन फैमिली वैल्यूज, व्हाट वी आर इनकलकेटिंग। हम बच्चों को क्या सिखा रहे हैं, क्या दिखा रहे हैं। मैम ने बोला आजकल children have right to do everything online, they are learning so much,
So as parents, as responsible social people, it is our responsibility कि जहाँ पे हमको गलत दिख रहा है, हो रहा है, we need to put, step up and start doing something about it. I think police का, और जैसे आपने बोला कि recently हमारी awareness बढ़ी है. Crime was always there, but it's just our awareness has increased, and that's why we are sitting here and discussing this topic today. मतलब crime ਤਾਂ ਪਹਿਲਾਂ ਵੀ ਸੀ, ਹੁਣ ਬਾਹਰ ਆਣਾ ਸ਼ੁਰੂ ਹੋਇਆ ਤਾਂ ਲੱਗਦਾ ਕਿ crime ਵੱਧ ਗਿਆ. ਮੈਨੂੰ ਲੱਗਦਾ ਹੈ कि था, but हमारा again we need to strengthen our value system, we need to strengthen our younger generation, we need to make them aware कि हो क्या रहा है. आउट ऑफ 4 of us, हम में से कितने लोग जाके अपने बच्चों को बताते हैं घर पे कि दिस इज हैपनिंग. जब वो हो जाता है देन वी थिंक अबाउट इट, बट आई डोंट थिंक द यंगर जनरेशन इज एक्चुअली अवेयर ऑफ व्हाट इज गोइंग ऑन. सो that is very important. So our family values, our education system, moral as well as spiritual, all are very important. ठीक है ਆਪਾਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ. ਬ੍ਰੇਕ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਚਰਚਾ ਦਾ ਵਿਸ਼ਾ ਬਣਦੇ ਨੇ. ब्रेक तो बाद दर्शकों का एक बार फिर तो स्वागत है और साडी विचार चर्चा जारी है. औरतां ते कुड़ियां किस तरह सुरक्षित रहन, असीं सुझाव देने की भी कोशिश करेंगे. आखिरी सैगमेंट दे विच साडे नाल दलजीत सिंह भी जुड़ गए ने इस विचार चर्चा दे विच. दलजीत, मैं सिर्फ पिछले 10 दिनों की गल करांगा, पिछले आंकड़िਆਂ ਨੂੰ ਛੱਡ ਦੇਣਾ. पिछले 10 ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੇ ਬਹੁਤ ਵੱਡੇ ਸਵਾਲ ਜਿਹੜੇ ਨੇ ਪ੍ਰਸ਼ਾਸਨ ਪੁਲਿਸ ਤੇ ਵੀ ਚੁੱਕੇ ਨੇ. ਇਸ ਤੋਂ ਇਲਾਵਾ ਸਮਾਜਿਕ ਤੌਰ ਤੇ ਜੋ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਭਾਵੇਂ ਪੇਰੈਂਟਸ ਦੀਆਂ ਹੋਣ ਜਾਂ ਸਮਾਜਿਕ ਜਥੇਬੰਦੀਆਂ ਦੀਆਂ ਹੋਣ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕਰ ਰਹੀਆਂ ਨੇ. ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਚੰਡੀਗੜ੍ਹ ਦੇ ਹਰ ਚੌਂਕ ਦੇ ਵਿੱਚ ਇੱਕ PCR ਗੱਡੀ ਖੜੀ ਹੁੰਦੀ ਹੈ ਜਿੱਥੇ ਲਿਖਿਆ ਹੁੰਦਾ ਕਿ ਮੈਂ ਹੈਲਪ ਯੂ, ਔਰ ਜਿੱਥੇ ਲਿਖਿਆ ਹੁੰਦਾ ਕਿ ਅਸੀਂ ਤੁਹਾਡੇ ਲਈ ਹਾਂ, ਫਿਰ ਅਪਰਾਧੀਆਂ ਦੇ ਹੌਸਲੇ ਕਿਵੇਂ ਪੈ ਜਾਂਦੇ ਨੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ? ਪਿਛਲੇ 10 ਦਿਨਾਂ ਦੇ ਵਿੱਚ ਇੱਕ ਜਿਹੜਾ ਐਕਸੀਡੈਂਟ ਹੋਇਆ ਸੀ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਜੀ, ਉਸ ਜਗ੍ਹਾ ਦੇ ਉੱਪਰ ਇੱਕ ਲੜਕੀ ਆਪਣੀ ਮਾਂ ਨੂੰ ਲੈ ਕੇ ਆਪਣੇ ਘਰ ਜਾ ਰਹੀ ਸੀਗੀ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਨੇ ਜਿਹੜਾ ਹੈਗਾ ਟਾਇਰ ਦੇ ਥੱਲੇ ਕੁਚਲ ਦਿੱਤਾ ਸੀਗਾ. ਮੌਕੇ ਦੇ ਉੱਪਰ ਆਸ-ਪਾਸ ਦੇ ਲੋਕ ਇਕੱਠੇ ਹੋਏ, ਲੇਕਿਨ ਲੋਕਾਂ ਨੇ ਚੰਡੀਗੜ੍ਹ ਪੁਲਿਸ ਦੇ ਜਿਹੜਾ 100 ਨੰਬਰ ਕੰਟਰੋਲ ਰੂਮ ਨੰਬਰ ਸੀਗਾ ਉੱਥੇ ਲਗਾਤਾਰ 100 ਦੇ ਕਰੀਬ ਜਿਹੜੇ ਫੋਨ ਕਰੇ ਹਨ, ਲੇਕਿਨ ਚੰਡੀਗੜ੍ਹ ਪੁਲਿਸ ਦਾ ਜਿਹੜਾ 100 ਨੰਬਰ ਨਹੀਂ ਲੱਗਿਆ. ਜਿਸ ਤੋਂ ਬਾਅਦ ਉੱਥੋਂ SSP ਨੂੰ ਫੋਨ ਕੀਤਾ ਗਿਆ ਤਾਂ SSP ਫੋਨ ਤੋਂ ਕਰਨ ਤੋਂ ਬਾਅਦ ਜਿਹੜੀ ਪੁਲਿਸ ਮੌਕੇ ਤੇ ਆਈ. ਤੁਸੀਂ ਤੋਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਚੰਡੀਗੜ੍ਹ ਸਿਟੀ ਬਿਊਟੀਫੁਲ ਦੇ ਵਿੱਚ ਅਗਰ ਕੰਟਰੋਲ ਰੂਮ ਦਾ ਪਰ ਨੰਬਰ ਨਾ ਮਿਲੇ ਤਾਂ ਕਿੰਨੀ ਬੜੀ ਗੱਲ ਹੈਗੀ ਇਹ. ਦੂਜਾ, ਹਰ ਇੱਕ ਚੌਂਕ ਦੇ ਉੱਪਰ ਦਾਵਾ ਕਰਦੀ ਹੈ ਚੰਡੀਗੜ੍ਹ ਪੁਲਿਸ ਦੇ ਨਾਲ ਉੱਪਰ ਲਿਖਿਆ ਹੁੰਦਾ ਵੀ ਕੇਅਰ ਫॉर ਯੂ. ਕਿੰਨੀ ਕੇਅਰ ਕਰਦੀ ਹੈ, ਅਜਿਹੇ ਜਿਹੜੇ ਐਕਸੀਡੈਂਟ ਹੈਗੇ ਉਹ ਸਾਹਮਣੇ ਲਿਆਉਂਦੇ ਨੇ. 15 ਅਗਸਤ ਆਜ਼ਾਦੀ ਵਾਲੇ ਦਿਨ ਜੋ ਹੁਣ 8ਵੀਂ ਕਲਾਸ ਦੀ ਲੜਕੀ ਦੇ ਨਾਲ ਰੇਪ ਹੋਇਆ, ਇਹ ਰੇਪ ਵੀ ਜਿਹੜਾ ਹੈਗਾ ਚੰਡੀਗੜ੍ਹ ਦੇ ਟ੍ਰੈਫਿਕ ਪੁਲਿਸ ਦਾ ਜਿਹੜਾ ਚਿਲਡਰਨ ਪਾਰਕ ਹੈ, ਉਸ ਚਿਲਡਰਨ ਪਾਰਕ ਦੇ ਵਿੱਚ ਸਵੇਰੇ 8:15 ਵਜੇ ਉਦੋਂ ਹੋਇਆ ਜਦੋਂ ਬੱਚੀ 15 ਅਗਸਤ ਦਾ ਫੰਕਸ਼ਨ ਜਿਹੜਾ ਮਨਾਉਣ ਸਕੂਲ ਦੇ ਵਿੱਚ ਜਾ ਰਹੀ ਸੀ. ਤੁਸੀਂ ਇਹ ਤੋਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲਿਸ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿੰਨੀ ਕੁ ਸੁਰੱਖਿਆ ਨੇ ਜਿਹੜੀਆਂ ਲੜਕੀਆਂ ਇਹਨਾਂ ਦੀਆਂ ਅਜਿਹੀਆਂ ਵਾਰਦਾਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ. ਅੱਛਾ ਦਲਜੀਤ, ਜਿਹੜੀਆਂ ਪਿਛਲੇ 10 ਦਿਨਾਂ ਦੇ ਵਿੱਚ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਕਿਤੇ ਤੁਹਾਨੂੰ ਲੱਗਦਾ ਕਿ ਹੁਣ ਪੁਲਿਸ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਜਾਂ ਹੁਣ ਲੱਗਦਾ ਕਿ ਵਾਕਈ ਪੁਲਿਸ ਜਾਗ ਗਈ ਹੈ ਔਰ ਜਿਸ ਤਰ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ ਉਹ ਦੁਬਾਰਾ ਨਾ ਵਾਪਰਨ, ਇਸ ਤਰ੍ਹਾਂ ਦੀ ਕੋਈ ਕੰਮ ਜਾਂ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ? ਦੇਖੋ, ਬਿਲਕੁਲ ਪੁਲਿਸ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਆਰੋਪੀ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਦਵਾਈ ਜਾਏਗੀ. ਲੇਕਿਨ ਸਭ ਤੋਂ ਬੜੀ ਗੱਲ ਹੈ ਹੁਣ ਜਿਹੜਾ ਰੀਸੈਂਟਲੀ 15 ਅਗਸਤ ਨੂੰ ਰੇਪ ਹੋਇਆ ਉਸ ਮਾਮਲੇ ਦੇ ਵਿੱਚ ਹਜੇ ਪੁਲਿਸ ਦੇ ਹੱਥ ਖਾਲੀ ਹੈ, ਕੋਈ ਵੀ ਜਿਹੜਾ ਕਲੂ ਜਿਹੜਾ ਹੈਗਾ ਪੁਲਿਸ ਨੂੰ ਨਹੀਂ ਲੱਗਿਆ. ਦਾਵਾ ਕੀਤਾ ਜਾਂਦਾ ਸੀਗਾ ਚੰਡੀਗੜ੍ਹ ਪੁਲਿਸ ਦੇ ਤੇ ਪ੍ਰਸ਼ਾਸਨ ਦੇ ਜਿਹੜੇ ਕੈਮਰੇ ਲੱਗੇ ਹੋਏ ਆ ਸਿਟੀ ਬਿਊਟੀਫੁਲ ਦੇ ਵਿੱਚ, ਪੁਲਿਸ ਦੇ ਨਾਲ ਨਾਲ ਜਿਹੜੀ ਤੀਸਰੀ ਅੱਖ ਦੀ ਨਜ਼ਰ ਵੀ ਹੋਏਗੀ, ਉਹ ਨਜ਼ਰ ਵੀ ਜਿਹੜੀ ਹੈਗੀ ਉਹ ਕੈਮਰੇ ਖਰਾਬ ਸੀਗੇ, ਉਹਨਾਂ ਕੈਮਰਿਆਂ ਦੇ ਵਿੱਚ ਵੀ ਕੋਈ ਆਰੋਪੀ ਜਿਹੜਾ ਨਹੀਂ ਆ ਰਿਹਾ. ਪਿਛਲੇ ਦਿਨਾਂ 'ਚ ਇਹ ਸਾਰੇ ਮਾਮਲੇ ਜਿਹੜੇ ਪੁਲਿਸ ਦੀ ਕਾਰਵਾਈ ਦੇ ਉੱਪਰ ਜੋ ਸਵਾਲ ਖੜੇ ਕਰਦੇ ਨੇ, ਚੰਡੀਗੜ੍ਹ ਵਾਸੀ ਜੋ ਹੈ ਪ੍ਰਸ਼ਾਸਨ ਤੋਂ ਜਵਾਬ ਮੰਗ ਰਹੇ ਨੇ ਕਿ ਕਦੋਂ ਜਿਹੜਾ ਸਾਡਾ ਸ਼ਹਿਰ ਜਿਹੜਾ ਹੈਗਾ ਸਿਟੀ ਬਿਊਟੀ ਸ਼ਹਿਰ ਹੈਗਾ ਇਹ ਕਦੋਂ ਸੇਫ ਹੋਏਗਾ. ਅੱਛਾ ਦਲਜੀਤ, ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕੀ ਲੱਗਦਾ ਕਿ ਜਿਹੜੀਆਂ ਗੱਲਾਂ ਨੇ, ਜਿਵੇਂ ਤੁਸੀਂ ਕਿਹਾ ਕਿ CCTV ਕੈਮਰਾ ਕੰਮ ਨਹੀਂ ਕਰ ਰਿਹਾ, ਪੁਲਿਸ ਦੀ ਜਿਹੜੀ ਮੁਸਤੈਦੀ ਉਹ ਜ਼ਿਆਦਾ ਨਹੀਂ ਸੀ, ਅਜਿਹੀਆਂ ਗੱਲਾਂ ਨੇ ਜਿਹੜੀਆਂ ਇਹ ਹੌਸਲੇ ਬੁਲੰਦ ਕਰਦੀਆਂ ਨੇ ਅਪਰਾਧੀਆਂ ਦੇ? ਬਿਲਕੁਲ, ਦੇਖੋ ਜੋ ਹੁਣ ਪਿਛਲੇ ਦਿਨਾਂ ਦੇ ਵਿੱਚ ਵਾਰਦਾਤਾਂ ਹੋਈਆਂ ਨੇ ਉਹ ਤੋਂ ਜਿਹੜਾ ਹੈਗਾ ਪਹਿਲਾਂ ਲਾ ਲਓ ਵਨਿਕਾ ਕੰਡੂ ਦਾ ਕੇਸ ਸੀਗਾ, ਉਸ ਨੇ ਜਿਹੜਾ ਹੈਗਾ ਇਹ ਸਾਹਮਣੇ ਆ ਗਿਆ ਸੀ ਕਿ ਕੈਮਰੇ ਨਹੀਂ ਚੱਲਦੇ. ਲੇਕਿਨ ਜਿਹੜੇ ਪਿਛਲੇ ਵੀ ਜਿਹੜੇ ਝਾਤੀ ਮਾਰੀਆਂ ਮਾਮਲਿਆਂ ਦੇ ਵਿੱਚ ਕਈ ਜਿਹੜੇ ਰੇਪ ਦੇ ਮਾਮਲੇ ਦਰਜ ਹੋਏ ਸੀਗੇ, ਉਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਜਿਹੜਾ ਹੈਗਾ ਆਰੋਪੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਫੇਲ ਹੋਈ ਹੈ. ਇਹ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ ਕਿ ਜਿਹੜੇ ਆਰੋਪੀ ਨੇ ਉਹਨਾਂ ਦੇ ਜਿਹੜੇ ਹੌਸਲੇ ਬੁਲੰਦ ਹੋ ਰਹੇ ਨੇ. ਬਿਲਕੁਲ ਦਲਜੀਤ, ਸਾਡੇ ਨਾਲ ਬਣੇ ਰਹਿਣਾ, ਸਾਡੇ ਨਾਲ ਹੋਰ ਖਾਸ ਮਹਿਮਾਨ ਵੀ ਮੌਜੂਦ ਨੇ. ਮੈਂ ਪ੍ਰਭਜੋਤ ਕੌਰ ਜੀ ਤੁਹਾਡੇ ਤੋਂ ਇੱਕ ਗੱਲ ਜਾਣਨਾ ਚਾਹੁੰਦਾ,
ਕੁਝ ਦਿਨ ਪਹਿਲਾਂ ਵਰਨੀਕਾ ਦਾ ਜਦੋਂ ਕੇਸ ਹੋਇਆ ਸੀ ਉਸ ਤੋਂ ਬਾਅਦ ਇੱਕ ਬਿਆਨ ਆਂਦਾ, ਇੱਕ ਸਿਆਸੀ ਲੀਡਰ ਨੇ ਭਾਜਪਾ ਦੇ, ਉਹ ਬਿਆਨ ਦਿੰਦੇ ਨੇ ਕਿ ਸਵਾਲ ਇਹ ਖੜਾ ਹੁੰਦਾ ਕਿ ਕੁੜੀ ਰਾਤ ਨੂੰ 12 ਵਜੇ ਬਾਹਰ ਕਿਉਂ ਸੀ ਔਰ ਕੀ ਕਰ ਰਹੀ ਸੀ। ਅੱਜ ਕਿਰਨ ਖੇਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਚੰਡੀਗੜ੍ਹ ਤੋਂ, ਉਹ ਬਿਆਨ ਦਿੰਦੇ ਨੇ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦੀ ਜੜ ਮਰਦ ਨੇ, ਮਰਦਾਂ ਨੂੰ ਘਰੋਂ ਰਾਤ ਨੂੰ ਬਾਹਰ ਕੱਢਣਾ ਬੰਦ ਕਰ ਦਿਓ ਤਾਂ ਅਜਿਹੀਆਂ ਘਟਨਾਵਾਂ ਵਾਪਰਨਗੀਆਂ ਨਹੀਂ। ਹੁਣ ਇਹ ਨਹੀਂ ਸਮਝ ਆਉਂਦਾ ਕਿ ਜਦੋਂ ਆਜ਼ਾਦੀ ਦੇ 70 ਸਾਲ ਅਸੀਂ ਮਨਾ ਰਹੇ ਹਾਂ ਤਾਂ ਕਿਸ ਨੂੰ ਘਰ ਦੇ ਵਿੱਚ ਰੱਖਣਾ ਤੇ ਕਿਸ ਨੂੰ ਘਰੋਂ ਬਾਹਰ ਕੱਢਣਾ, ਅਜਿਹੀਆਂ ਗੱਲਾਂ ਦੇ ਲਈ ਕਿੰਤੂ ਪਰੰਤੂ ਹੋ ਰਿਹਾ। ਫਿਰ ਕਿਸ ਤਰ੍ਹਾਂ ਦੀ ਆਜ਼ਾਦੀ ਹੈ? ਮੈਂ ਸਮਝਦੀ ਹਾਂ ਜੀ ਇਹੋ ਜਿਹੀਆਂ ਗੱਲਾਂ ਕਰਨ ਦਾ ਮਤਲਬ ਹੈ ਕਿ ਵੀ ਆਰ ਫਾਈਟਿੰਗ ਦ ਸਿੰਪਟਮਸ। ਅਸੀਂ ਪ੍ਰੋਬਲਮ ਦੀ ਜੜ ਤੱਕ ਨਹੀਂ ਪਹੁੰਚਦੇ, ਸਿਰਫ ਸਿੰਪਟਮ ਨੂੰ। ਵੀ ਕੁੜੀ ਬਾਹਰ ਗਈ ਹੈ ਤੇ ਉਹਨੂੰ ਕਹਿ ਦਿਓ ਨਾ ਜਾਏ, ਤੇ ਜੇ ਮੁੰਡਾ ਬਾਹਰ ਗਿਆ ਉਹਨੂੰ ਨਾ ਕਹਿ ਦਿਓ ਨਾ ਜਾਏ। ਮੇਰਾ ਕੁਐਸਚਨ ਇਹ ਹੈ ਵੀ ਅਸੀਂ ਸਦੀਆਂ ਲੜਕੀ ਨੂੰ ਅੰਦਰ ਬੰਦ ਕਰਕੇ ਰੱਖਿਆ ਤੇ ਅਸੀਂ ਕਿੱਥੇ ਪਹੁੰਚੇ? ਅੱਜ ਲੜਕਿਆਂ ਨੂੰ ਬੰਦ ਕਰ ਲਵਾਂਗੇ ਤੇ ਅਸੀਂ ਕਿੱਥੇ ਪਹੁੰਚ ਜਾਵਾਂਗੇ? ਇਹ ਕੁਐਸਚਨ ਹੈ ਹੀ ਨਹੀਂ ਹੈ। ਸਾਡੀ ਟਾਰਗੇਟਡ ਅਪਰੋਚ ਹੋਣੀ। ਸਾਡਾ ਟਾਰਗੇਟ ਕੀ ਹੈ? ਡੂ ਵੀ ਵਾਂਟ ਟੂ ਕ੍ਰੀਏਟ ਅ ਗੁੱਡ ਸੋਸਾਇਟੀ? ਇੱਕ ਅੱਛੀ ਸੋਸਾਇਟੀ ਜੇ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਤੇ ਉਹਦੇ ਮੁੰਡਿਆਂ ਨੂੰ ਕਿਵੇਂ ਬਿਹੇਵ ਕਰਨਾ ਚਾਹੀਦਾ, ਕੁੜੀਆਂ ਨੂੰ ਬਿਹੇਵ ਕਰਨਾ ਚਾਹੀਦਾ, ਕਿਵੇਂ ਬਿਹੇਵ ਕਰਨਾ ਚਾਹੀਦਾ, ਉਹਦੇ ਮੇਰਾ ਖਿਆਲ ਹੈ ਕਿ ਦੇ ਸ਼ੁੱਡ ਬੀ ਟ੍ਰੀਟਡ ਐਜ਼ ਹਿਊਮਨ ਬੀਇੰਗਸ, ਨਾਟ ਐਜ਼ ਮੈਨ ਔਰ ਵੂਮਨ, ਮੇਲ ਔਰ ਫੀਮੇਲ। ਔਰ ਖਾਸ ਤੌਰ ਤੇ ਅੱਜ ਦੇ ਜ਼ਮਾਨੇ ਵਿੱਚ ਜਦੋਂ ਅਸੀਂ ਇਹ ਗੱਲ ਬੜੇ ਧੜੱਲੇ ਨਾਲ ਕਹਿੰਦੇ ਹਾਂ ਕਿ ਔਰਤ ਬਰਾਬਰ ਹੈ ਮਰਦ ਦੇ ਬਰਾਬਰ, ਅਸੀਂ ਜਾਂ ਮਰਦ ਨੂੰ ਥੱਲੇ ਲਾ ਰਹੇ ਹਾਂ ਤੇ ਜਾਂ ਔਰਤ ਨੂੰ ਥੱਲੇ ਲਾ ਰਹੇ ਹਾਂ। ਮੈਂ ਸਮਝਦੀ ਹਾਂ ਕਿ ਕਿਸੇ ਸੁਸਾਇਟੀ ਦੇ ਵਿੱਚ ਵੀ ਸਮਾਜ ਦਾ ਇੱਕ ਵੀ ਮੈਂਬਰ ਜੇ ਥੱਲੇ ਲਗਾਇਆ ਜਾਂਦਾ ਤੇ ਉਹ ਚੰਗੀ ਸੁਸਾਇਟੀ ਨਹੀਂ ਹੈ। ਸੋ ਸਾਨੂੰ ਇਹਨਾਂ ਸਿੰਪਟਮਸ ਨਾਲ ਫਾਈਟ ਕਰਨ ਦੀ ਥਾਂ ਤੇ ਪ੍ਰੋਬਲਮ ਦੀ ਜੜ ਤੱਕ ਪਹੁੰਚਣ ਦੀ ਲੋੜ ਹੈ। ਸਾਨੂੰ ਹਰਜਿੰਦਰ ਕੌਰ ਜੀ, ਇੱਕ ਅਹਿਮ ਸਵਾਲ, ਬੜਾ ਗੰਭੀਰ ਵੀ ਹੈ। ਅੱਜ ਮੈਨੂੰ ਲੱਗਦਾ ਕਿ ਦੁਖਦਾਈ ਦਿਨ ਹੈ। ਅੱਜ ਇੱਕ 10 ਸਾਲ ਦੀ ਕੁੜੀ ਦੀ ਡਿਲੀਵਰੀ ਹੋਈ ਹੈ। ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ, ਸੁਪਰੀਮ ਕੋਰਟ ਦੇ ਵਿੱਚ ਵੀ ਗਿਆ। ਅਜੇ ਹਾਲਾਤ ਬਣ ਗਏ ਸੀ ਕਿ ਉਹ ਅਬੋਰਟ ਨਹੀਂ ਕੀਤਾ ਜਾ ਸਕਦਾ ਸੀ। ਔਰ ਬੜੀ ਹੈਰਾਨਗੀ ਦੀ ਗੱਲ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਉਹ ਕੁੜੀ ਆਪਣੇ ਘਰ ਦੇ ਵਿੱਚ ਹੀ ਹਵਸ ਦਾ ਸ਼ਿਕਾਰ ਹੋਈ ਹੈ। ਉਸਦੇ ਮਾਮੇ ਨੇ ਉਸਦਾ ਰੇਪ ਕੀਤਾ ਔਰ ਉਸ ਤੋਂ ਬਾਅਦ ਉਹ ਪ੍ਰੈਗਨੈਂਸੀ ਉਹਦੀ ਹੋਈ ਹੈ। ਫਿਰ ਇੱਥੋਂ ਅੰਦਾਜ਼ਾ ਲਾਓ, ਨਾ ਤਾਂ ਕੁੜੀਆਂ ਬਾਹਰ ਸੇਫ ਨੇ ਨਾ ਘਰ ਦੇ ਵਿੱਚ ਸੇਫ ਨੇ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਪੇਰੈਂਟਸ ਦੀ ਜ਼ਿੰਮੇਵਾਰੀ ਹੈ, ਫਿਰ ਹੁਣ ਪੇਰੈਂਟਸ ਕੀ ਕਰਨਾ? ਹਾਂ, ਮੈਂ ਬਿਲਕੁਲ ਪਹਿਲਾਂ ਤਾਂ ਪ੍ਰਭਜੋਤ ਕੌਰ ਜੀ ਨਾਲ ਸਹਿਮਤ ਹੋ ਕੇ ਗੱਲ ਕਹੂੰਗੀ ਕਿ ਸਾਨਾ ਨਾ ਅਸੀਂ ਧੁਰੇ ਤੋਂ ਹੀ ਭਟਕੇ ਹੋਏ ਹਾਂ। ਜਦੋਂ ਵੈਲਿਊ ਕਲਚਰਸ ਨੂੰ ਛੱਡ ਕੇ ਅਸੀਂ ਅੱਜ ਦੇਖੋ ਸਾਡੀ ਸਮੱਸਿਆ ਦੀ ਜੜ ਸ਼ੁਰੂ ਕਿੱਥੇ ਹੁੰਦੇ? ਪਹਿਲਾ ਸਿੰਪਟਮ ਕੀ ਹੈ? ਅਸੀਂ ਕਿਸੇ ਕੁੜੀ ਨੂੰ ਵੇਖਦੇ ਆ ਨਾ ਬਾਹਰ ਤੇ ਸਾਡੀ ਨਜ਼ਰ ਉਹਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਛੱਡਣ ਜਾਂਦੀ ਹੈ, ਜਦਕਿ ਇਹ ਇੱਕ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਵੈਸਟਰਨ ਸੁਸਾਇਟੀ ਦੇ ਵਿੱਚ। ਇਹ ਸਾਡੇ ਔਰ ਅੱਜ ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਵੀ ਅਸੀਂ ਕਦੀ ਰੋਕਿਆ ਨਹੀਂ ਇਸ ਗੱਲੋਂ ਕਿ ਨਹੀਂ ਸਾਡਾ ਨਜ਼ਰੀਆ ਕਿਹੋ ਜਿਹਾ ਚਾਹੀਦਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦਾ ਸਾਡਾ ਕਲਚਰ ਸੀ, ਉਹ ਕਲਚਰ ਸਾਡੇ ਘਰਾਂ ਚੋਂ ਗਾਇਬ ਹੋ ਗਿਆ। ਇਹ ਬਿਲਕੁਲ ਸਾਨੂੰ ਸੈਂਸਿਟਾਈਜ਼ ਕਰਨਾ ਪਏਗਾ ਦੁਬਾਰਾ। ਘਰਾਂ ਦੀ ਗੱਲ ਕਰੀਏ ਤੇ ਮੈਂ ਕਹਾਂਗੀ ਹੁਣ ਪੈਰੈਂਟਿੰਗ ਬਹੁਤ ਇੰਪੋਰਟੈਂਟ ਇਸ਼ੂ ਹੋ ਗਿਆ। ਜਦੋਂ ਇਨਸਾਨ ਦੀ ਹੈਵਾਨੀਅਤ ਇੰਨੀ ਵੱਧ ਗਈ ਹੋਈ ਹੈ, ਮੈਂ ਸਿੱਧੇ ਲਫ਼ਜ਼ ਇਹੀ ਇਸਤੇਮਾਲ ਕਰਾਂਗੀ, ਉਹ ਘਰ ਵਿੱਚ ਵੀ ਹੈ ਤੇ ਉਹ ਬਾਹਰ ਵੀ ਹੈ। ਇਹ ਹੁਣ ਤੇ ਗੱਲ ਹੈ ਕਿ ਸੈਂਸਿਟਾਈਜ਼ ਕਰੋ ਸਾਰਿਆਂ ਨੂੰ ਕਿ ਸੈਲਫ ਪ੍ਰੋਟੈਕਸ਼ਨ ਇਜ਼ ਦਾ ਬੈਸਟ ਪ੍ਰੋਟੈਕਸ਼ਨ। ਔਰ ਸਭ ਤੋਂ ਪਹਿਲਾਂ ਅੱਜ ਪੇਰੈਂਟਸ ਪੜ੍ਹੇ ਲਿਖਿਆਂ ਨੂੰ ਪਤਾ ਕਿ ਜੰਮਣ ਤੋਂ ਪਹਿਲਾਂ ਹੀ ਪੈਰੈਂਟਿੰਗ ਦੇ ਲੈਸਨ ਪੇਰੈਂਟਸ ਲੈ ਰਹੇ ਨੇ ਤੇ ਕਿਤੇ ਨਾ ਕਿਤੇ ਪੇਰੈਂਟਸ ਦੀ ਜ਼ਿੰਮੇਵਾਰੀ ਵੀ ਫਿਕਸ ਹੋਏਗੀ ਕਿ ਬੱਚੀ ਘਰ ਵਿੱਚ ਹੈ, ਘਰ ਬਾਹਰੋਂ ਆਉਣ ਵਾਲਾ ਉਹ ਕਿਵੇਂ ਹੈ, ਕਿਵੇਂ ਅਕਸਰ ਹੁੰਦਾ ਕੀ ਹੈ, ਇਹ ਗੱਲਾਂ ਹੁੰਦੀਆਂ ਪਹਿਲਾਂ ਵਾਰੀਆਂ ਨੇ ਕਿ ਜੇ ਬੱਚੇ ਨੇ ਕਦੀ ਉਹਨੂੰ ਕਿਸੇ ਤਰ੍ਹਾਂ ਅਬਿਊਜ਼ ਕੀਤਾ ਗਿਆ, ਪੇਰੈਂਟ ਨੂੰ ਕਹਿ ਦਿੱਤਾ ਤਾਂ ਉਹਨੂੰ ਕਹਿਣਾ ਨਾ ਚੁੱਪ, ਇਹ ਗੱਲ ਦੱਸਣੀ ਨਹੀਂ ਕਿਸੇ ਨੂੰ, ਪਰਦਾ ਨਹੀਂ ਚੁੱਕਿਆ ਜਾਂਦਾ। ਮਤਲਬ ਹਾਂਜੀ, ਬਜਾਏ ਕਿ ਅਸੀਂ ਉਹਨਾਂ ਰੀਜ਼ਨਸ ਨੂੰ ਫਾਈਟ ਕਰਕੇ ਅਸੀਂ ਖੁੱਲ ਕੇ ਗੱਲ ਕਰਕੇ ਇੱਕ ਸੁਖਾਵਾਂ ਮਾਹੌਲ ਕ੍ਰੀਏਟ ਕਰੀਏ। ਔਰ ਗੱਲ ਅੱਜ ਇੰਨੀ ਵਿਗੜ ਚੁੱਕੀ ਹੋਈ ਹੈ ਕਿ ਸਭ ਕੁਝ ਆਪਣੇ ਕੰਟਰੋਲ ਤੋਂ ਬਾਹਰ ਹੋ ਗਿਆ ਹੋਇਆ ਤੇ ਹੁਣ ਸਾਨੂੰ ਮਤਲਬ ਇੱਕ ਅਗੇਨ ਉਹਨਾਂ ਵੈਲਿਊਜ਼ ਨੂੰ ਦੁਬਾਰਾ ਦੁਹਰਾਉਣਾ ਪਏਗਾ, ਆਪਣਾ ਇੱਕ ਸੱਭਿਆਚਾਰ ਬਣਾਉਣਾ ਪਵੇਗਾ ਜਿੱਥੇ ਸੇਫਟੀ ਦੀ ਡਾਇਲੌਗ ਹੋਵੇ। ਹੁਣ ਇਸ਼ੂਜ਼ ਆਉਂਦੇ ਨੇ, ਇਸ ਤੋਂ ਬਾਅਦ ਹੁਣ ਇਹ ਨਾਰੇ ਲਾਏ ਜਾਂਦੇ ਆ, ਫਿਰ ਬੈਨਰ ਲਏ ਜਾਂਦੇ ਆ। ਕਿੰਨਾ ਕੁ ਯੂਥ ਜਾਂ ਕਿੰਨਾ ਕੁ ਲੋਕਾਂ ਨੂੰ ਅਸੀਂ ਸੈਂਸਿਟਾਈਜ਼ ਕਰਕੇ ਜ਼ਿੰਮੇਵਾਰੀ ਦੇ ਦਿੱਤੀ? ਕਿਹਨਾਂ ਦਾ ਰੋਲ ਫਿਕਸ ਕੀਤਾ ਕਿ ਵਲੰਟੀਅਰ ਕਰਨਗੇ, ਇਹ ਲੋਕ ਵਲੰਟੀਅਰ ਕਰਨਗੇ। ਚੰਡੀਗੜ੍ਹ ਦੇ ਵਿੱਚ ਇੰਨਾ ਖੂਬਸੂਰਤ ਸਿਸਟਮ ਪਿੱਛੇ ਬਣ ਗਿਆ ਸੀ ਕੁਝ ਸਾਲ ਪਹਿਲਾਂ, ਅੱਜ ਤੋਂ 7-8 ਸਾਲ ਪਹਿਲਾਂ ਕਮਿਊਨਿਟੀ ਪੁਲਿਸਿੰਗ ਦਾ ਇੱਕ ਪ੍ਰੋਗਰਾਮ ਸੀ, ਬੜਾ ਅੱਛਾ। ਅੱਜ ਮਤਲਬ ਸਾਨੂੰ ਸਬ ਲੈਵਲਸ ਤੇ ਮੁੜ ਕੇ ਮੈਂ ਤੁਹਾਨੂੰ ਗੱਲ ਸ਼ੁਰੂ ਇੱਥੋਂ ਕੀਤੀ ਸੀ, ਆਉਣਾ ਪਏਗਾ ਘਰ ਦੇ ਵਿੱਚ ਵੀ ਔਰ ਸਾਡੇ ਘਰਾਂ 'ਚ ਜਿਹੜੀਆਂ ਮੇਡਸ ਆਉਂਦੀਆਂ ਨੇ। ਤੁਸੀਂ ਮੈਂ ਇਸ ਤੋਂ ਅਗਲੀ ਗੱਲ ਤੁਹਾਨੂੰ ਦੱਸਦੀ ਹਾਂ, ਇਹ ਜਿਹੜੇ ਮਾਈਗ੍ਰੇਟਰੀ ਲੋਕ ਇੱਥੇ ਆਏ ਹੋਏ ਨੇ, ਰਾਈਟ ਟੂ ਲਿਵ ਇਜ਼ ਅ ਫੰਡਾਮੈਂਟਲ ਰਾਈਟ, ਅਸੀਂ ਕਹਿ ਕੇ ਕਿਸੇ ਨੂੰ ਰੋਕ ਨਹੀਂ ਸਕਦੇ ਹਾਂ। ਜਾ ਕੇ ਦੇਖੋ ਕਿੱਥੇ ਰਹਿ ਰਹੇ ਨੇ, ਇੱਕ ਕਮਰੇ ਦੇ ਵਿੱਚ ਸ਼ਾਇਦ ਮਤਲਬ ਅਨਸੈਡ ਕ੍ਰਾਈਮ ਕਿੰਨਾ ਹੋ ਰਿਹਾ ਹੈ ਕਿ ਲੋਕ ਕੰਮ ਕਰਦੇ ਨੇ, ਉਹ ਵਰਕਰ ਨੇ, ਰਾਤ ਨੂੰ ਉਹ ਆਪਣੀ ਥਕਾਵਟ ਲਾਉਣ ਲਈ ਸ਼ਰਾਬ ਨਾਲ ਦੁੱਤ ਨੇ, ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹ ਕਿਹਦੇ ਨਾਲ ਨੇ। ਘਰ ਦੇ ਵਿੱਚ ਵਿਦ ਇਨ ਫੈਮਿਲੀ ਮਤਲਬ ਇਹ ਸਭ ਕੁਝ ਹੋ ਰਿਹਾ ਹੈ। ਔਰ
ਇਹਦੇ ਲਈ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਔਰ ਮੈਂ ਜ਼ਰੂਰ ਕਹਾਂਗੀ ਕਿ ਇਹ ਸਾਰੇ ਇਨਸੀਡੈਂਟ ਸਾਡੇ ਲਈ ਆਈ ਓਪਨਰ ਨੇ ਕਿ ਅੱਗ ਸਾਡੇ ਘਰ ਨੂੰ ਲੱਗ ਚੁੱਕੀ ਹੈ ਔਰ ਸਾਨੂੰ ਸਾਰਿਆਂ ਨੂੰ ਇਹਦੇ ਲਈ ਹੁਣ ਕੁਝ ਕਰਨਾ ਪਏਗਾ। ਠੀਕ ਹੈ ਸ਼ੀਨੂ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਨਾ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਰਾਜਨੀਤਿਕ ਸਿਆਸੀ ਲੀਡਰ ਦਾ ਬਿਆਨ ਆਉਂਦਾ ਕਿ ਕੁੜੀ ਰਾਤ ਨੂੰ 12 ਵਜੇ ਘਰੋਂ ਕਿਉਂ ਬਾਹਰ ਆਈ, ਜਾਂ ਇੰਨੀ ਰਾਤ ਨੂੰ ਘਰੋਂ ਬਾਹਰ ਕੀ ਕਰਨ ਜਾ ਰਹੀ ਹੈ, ਇਸ ਤੇ ਇੱਕ ਸਵਾਲ ਚੁੱਕਿਆ ਗਿਆ ਸੀਗਾ। ਔਰ ਇਹ ਵੀ ਕਿਹਾ ਗਿਆ ਸੀ ਕਿ ਜਿੰਨੀ ਜ਼ਿੰਮੇਵਾਰੀ ਹੈ ਜਿਹੜੀ ਮਰਦਾਂ ਦੀ ਹੈ, ਕੁਝ ਕੁ ਜਿਹੜੀਆਂ ਕੁੜੀਆਂ ਨੇ ਉਹਨਾਂ ਕਰਕੇ ਵੀ ਜਿਹੜਾ ਮਾਹੌਲ ਖਰਾਬ ਹੁੰਦਾ। ਇਸ ਗੱਲ ਤੱਕ ਕਿੰਨਾ ਤੁਸੀਂ ਸਹਿਮਤ? ਮੈਂ ਇਹ ਕਹਿਣਾ ਚਾਹੂੰਗੀ ਕਿ ਇਹ ਇੱਕ ਜੈਂਡਰ ਇਸ਼ੂ ਨਹੀਂ ਹੈ, ਸੋਸ਼ਲ ਇਸ਼ੂ ਹੈ ਔਰ ਇਸ ਨੂੰ ਕਾਬੂ ਕਰ ਲੈਣਾ ਚਾਹੀਦਾ ਹੈ। ਅੱਜ ਹੀ ਸਾਨੂੰ ਕਾਬੂ ਕਰ ਲੈਣਾ ਚਾਹੀਦਾ ਹੈ ਕਿਉਂਕਿ ਅਗਰ ਇਹ ਜਿਹੀਆਂ ਘਟਨਾਵਾਂ ਬਾਰ-ਬਾਰ ਬਿਤਣਗੀਆਂ ਤਾਂ ਮਾਹੌਲ ਚੰਡੀਗੜ੍ਹ ਵੀ ਦਿੱਲੀ ਬੰਦਾ ਜਾ ਰਿਹਾ ਹੈ। ਠੀਕ ਹੈ। ਅੱਛਾ, ਤੁਸੀਂ ਇਹ ਇੱਕ ਗੱਲ ਦੱਸੋ ਪਹਿਲਾਂ, ਰਾਤ ਨੂੰ ਕੁੜੀਆਂ ਤਾਂ ਨਿਕਲਣਾ ਚੰਗਾ ਸਮਝਦੇ ਹੋ ਜਾਂ ਮਾੜਾ ਸਮਝਦੇ ਹੋ? ਮੈਨੂੰ ਇਦਾਂ ਲੱਗਦਾ ਹੈ ਕਿ ਅਗਰ ਮੁੰਡੇ ਨਿਕਲ ਸਕਦੇ ਤਾਂ ਕੁੜੀਆਂ ਕਿਉਂ ਨਹੀਂ ਨਿਕਲ ਸਕਦੀਆਂ? ਬਿਲਕੁਲ, ਉਹਨਾਂ ਕੋਲ ਪੂਰੇ ਇਕੁਅਲੀ ਰਾਈਟਸ ਹੋਣੇ ਚਾਹੀਦੇ ਆ ਦੋਵਾਂ ਕੋ। ਅਗਰ ਲੜਕੀਆਂ ਐਕਚੁਅਲੀ ਆਪਣੇ ਘਰ, ਜਿਵੇਂ ਮੈਮ ਨੇ ਕਿਹਾ ਹੈ ਕਿ ਆਪਣੇ ਘਰਾਂ ਤੋਂ ਹੀ ਸ਼ੁਰੂ ਹੁੰਦਾ ਹੈ ਕਿ ਲੜਕੀਆਂ ਨੂੰ ਆਪਾਂ ਅੰਦਰ ਰੱਖਦੇ ਹਾਂ ਤੇ ਲੜਕਿਆਂ ਨੂੰ ਆਪਾਂ ਕਹਿੰਦੇ ਹਾਂ ਕਿ ਖੁੱਲ੍ਹੇਆਮ ਘੁੰਮ ਸਕਦੇ ਆ। ਇਹ ਆਪਣੇ ਘਰ ਤੋਂ ਹੀ ਆਪਣੇ ਪੇਰੈਂਟਸ ਨੂੰ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਬੱਚੇ ਦੀ ਪਰਵਰਿਸ਼ ਕਰਦੇ ਆ। ਠੀਕ ਹੈ। ਅੱਛਾ ਚਲੋ ਇੱਕ ਇਹ ਵੀ ਦੱਸ ਦਿਓ ਕਿ ਮਰਦਾਂ ਨੂੰ ਬਾਹਰ ਨਿਕਲਣਾ ਚਾਹੀਦਾ, ਰਾਤ ਨੂੰ ਕਿਵੇਂ ਨਿਕਲਣਾ ਚਾਹੀਦਾ? ਬਿਲਕੁਲ ਨਿਕਲਣਾ ਚਾਹੀਦਾ, ਦੋਵਾਂ ਨੂੰ ਨਿਕਲਣਾ ਚਾਹੀਦਾ, ਪਰ ਪੇਰੈਂਟਸ ਦਾ ਸਭ ਤੋਂ ਅੱਜ ਦਾ ਰੋਲ ਜੋ ਹੈ, ਪੇਰੈਂਟਸ ਦਾ ਰੋਲ ਹੈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਹੈ, ਹਰ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਠੀਕ ਹੈ। ਰਿਚਾ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਸੀਂ ਜੇ ਮੈਂ ਗਲਤ ਨਹੀਂ ਹੈ ਤੁਸੀਂ ਕੈਨੇਡਾ ਵੀ ਰਹੇ ਹੋ, ਅਮਰੀਕਾ ਵੀ ਰਹੇ ਹੋ, ਮੈਂ ਇੱਕ ਗੱਲ ਜਾਣਨਾ ਚਾਹੁੰਦਾ ਕਿ ਰਿਚਾ ਇੰਨਾ ਹੌਸਲਾ ਰੱਖਦੀ ਹੈ ਕਿ ਅੱਜ ਰਾਤ 12 ਵਜੇ ਜਾਂ 1 ਵਜੇ ਜਿਵੇਂ ਤੁਸੀਂ ਬਾਹਰ ਕਿਸੇ ਪਾਰਟੀ ਤੋਂ ਆਪਣੇ ਘਰ ਜਾਣ ਦਾ ਹੌਸਲਾ ਰੱਖਦੇ ਹੋ ਜਾਂ ਨਹੀਂ ਰੱਖਦੇ ਚੰਡੀਗੜ੍ਹ ਦੇ ਵਿੱਚ? मैं डेफिनेटली ड्राइवर के साथ रखती हूँ। हाँ, मतलब ਇਹ ਮਾਨਸਿਕਤਾ ਹੁਣ ਹੈ ਸਾਡੀ ਕਿ ਸਾਨੂੰ ਡਰ ਲੱਗਣ ਲੱਗ ਗਿਆ ਕਿ ਅਸੀਂ ਘਰ ਇਕੱਲੇ ਨਹੀਂ ਜਾ ਸਕਦੇ। डेफिनेटली बिकॉज रेड लाइट पे आप खड़े होते हो, सडनली जो साथ वाली गाड़ी आके खड़ी होती है वो आपको देख भी ले, सो you tend to lock your car. You say गाड़ी तो लॉक कर ही लो, you never know who's he, right? And generally ये tendency होती है that if you say अच्छा लड़की अकेली जा रही है, people tend to have fun. So in today's date and time I will go out, but I generally take a driver with me if I'm coming back late. So that is there, that fear is there कि how safe are we on the roads at midnight. So ਅਜਿਹਾ ਜਿਹੜਾ fear ਹੈ, ਅਜਿਹਾ ਜਿਹੜਾ ਮਨ ਦੇ ਵਿੱਚ ਦਾ ਦਿਮਾਗ ਦੇ ਵਿੱਚ ਸ਼ੰਕਾ, ਉਹ ਕਿਸ ਤਰ੍ਹਾਂ दूर हो सकता? Law enforcement is very very important. I think हमारा जो I read quite a few articles कि चंडीगढ़ पुलिस काफी कुछ कर रही है. They are recruiting more women. They are recruiting women PCRs where अगर रात को मैंने अकेले कहीं जाना है तो I know कि if I don't feel safe alone, I can call up 100 and I can be dropped home. So I think चंडीगढ़ पुलिस 100 ਨੰਬਰ ਦਾ ਹਾਲ ਤਾਂ ਤੁਸੀਂ ਦੇਖ ਲਿਆ ਕਿ 100 ਵਾਰ ਕਾਲ ਕੀਤੀ ਤਾਂ ਵੀ ਕੋਈ ਨਹੀਂ ਆਇਆ। ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਮਨ 'ਚ ਸ਼ੰਕੇ ਪੈਦਾ ਕਰਦੀਆਂ ਨੇ। ਦਲਜੀਤ ਸਾਡੇ ਨਾਲ ਨੇ। ਦਲਜੀਤ, ਮੈਂ ਜਾਣਨਾ ਚਾਹਨਾ, ਇੱਕ ਆਪਾਂ ਪਿੱਛੇ ਜਿਹੀ ਖਬਰ ਦੇਖੀ ਵੀ ਸੀ ਔਰ ਸੁਣੀ ਵੀ ਸੀ ਕਿ ਵਿਮਨ ਥਾਣੇ ਬਣਾਏ ਗਏ ਨੇ ਔਰ ਵਿਮਨ ਜਿਹੜੀਆਂ PCR ਬਣਾਈਆਂ ਗਈਆਂ ਨੇ, ਉਹਨਾਂ ਦਾ ਕੀ ਹੁਣ ਤੱਕ ਸਟੇਟਸ ਹੈ? ਬਿਲਕੁਲ ਹਰਪ੍ਰੀਤ, ਜੋ ਵੂਮਨ ਥਾਣੇ ਬਣਾਏ ਗਏ ਸੀਗੇ ਜਾਂ ਵੂਮਨ ਦੀ ਹੈਲਪ ਵਾਸਤੇ ਡੈਸਕ ਬਣਾਏ ਗਏ ਸੀਗੇ, ਉਹ ਅਖਬਾਰ ਦੀਆਂ ਸੁਰਖੀਆਂ ਜ਼ਰੂਰ ਬਣੇ ਨੇ। ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਗਾ ਬਿਲਕੁਲ ਵੀ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਜਿਹੜੀ ਔਰਤਾਂ ਦੇ ਅਲੱਗ ਗੱਲਬਾਤ ਅਗਰ ਕਿਸੇ ਨੂੰ ਸ਼ਿਕਾਇਤ ਦਾ ਕੋਈ ਦੇਖਣ ਨੂੰ ਨਹੀਂ ਮਿਲਿਆ। ਦੂਜੀ ਗੱਲ, ਮੈਂ ਇਸ ਬਿਆਨ ਤੇ ਫੇਰ ਆਵਾਂਗਾ ਕਿ ਅੱਜ ਜੋ ਕਿਰਨ ਖੇਰ ਦਾ ਜਿਹੜਾ ਬਿਆਨ ਸੀਗਾ, ਚੰਡੀਗੜ੍ਹ ਤੋਂ MP ਹੈ, ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਪੂਰੇ ਦੇਸ਼ ਦੇ ਵਿੱਚ, ਇਕੱਲੇ ਚੰਡੀਗੜ੍ਹ ਦੇ ਵਿੱਚ ਨਹੀਂ, ਪੂਰੇ ਦੇਸ਼ ਦੇ ਵਿੱਚ ਜਿਹੜੇ ਮਰਦ ਹੈਗੇ ਉਹਨਾਂ ਦਾ ਜਿਹੜਾ ਮਾਈਂਡ ਸੈਟ ਹੈਗਾ ਉਹ ਚੇਂਜ ਕਰਨ ਦੀ ਲੋੜ ਹੈ। ਤੇ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਇਹ ਮਰਦ ਜਿਹੜੇ ਹੈਗੇ ਰਾਤ ਨੂੰ ਉਹਨਾਂ ਨੂੰ ਜਿਹੜਾ ਨਿਕਲਣਾ ਬੰਦ ਕਰ ਦਿਓ ਤਾਂ ਵਾਰਦਾਤਾਂ ਨੇ ਉਹ ਆਪਣੇ ਆਪ ਹੀ ਘਟ ਜਾਣਗੀਆਂ। ਬਿਲਕੁਲ ਠੀਕ ਹੈ। ਆਪਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕ ਲੈਂਦੇ ਹਾਂ ਇੱਥੇ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ, ਕੁਝ ਹੋਰ ਖਬਰਾਂ ਨੇ ਉਸ ਤੇ ਚਰਚਾ ਕਰਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ। ਵਿਚਾਰ ਚਰਚਾ ਜਾਰੀ ਹੈ। ਹਰਜਿੰਦਰ ਕੌਰ ਜੀ, ਇੱਕ ਗੱਲ ਦੱਸੋ, ਹੁਣ ਅਸੀਂ ਇਹ ਤਾਂ ਹਰ ਵਾਰ ਕਹਿ ਦਿੰਦੇ ਹਾਂ ਕਿ ਆਹ ਕੰਮ ਹੋ ਗਿਆ, ਇਹ ਮਾੜਾ ਹੋਇਆ, ਇਹ ਹੋਇਆ, ਹੁਣ ਗੱਲ ਇਹ ਹੈ ਕਿ ਇਸ ਮਸਲੇ ਦਾ ਹੱਲ ਕਿਵੇਂ ਹੋ? ਬਿਲਕੁਲ, ਮੈਂ ਕਹਾਂਗੀ ਕਿ
ਬੱਚਿਆਂ ਨੂੰ ਵੀ ਅਸੀਂ ਐਜੂਕੇਟ ਕਰੀਏ, ਵੱਡਿਆਂ ਨੂੰ ਵੀ ਐਜੂਕੇਟ ਕਰੀਏ ਤੇ ਜ਼ਿੰਮੇਵਾਰੀ ਵੀ ਸਾਂਭੀਏ। ਬੱਚਿਆਂ ਨੂੰ ਐਜੂਕੇਟ ਕਿਸ ਤਰ੍ਹਾਂ ਦਾ ਐਜੂਕੇਟ? ਤੁਸੀਂ ਦੇਖੋ ਅੱਜ ਸਾਡੇ ਬੱਚੇ ਜਿਸ ਗਲੈਮਰ ਤੋਂ ਅਟਰੈਕਟਡ ਨੇ, ਰੀਪਰਕਸ਼ਨਸ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ। ਸੈਕਸ ਐਜੂਕੇਸ਼ਨ ਦੀ ਸਾਡੇ ਕਿਤੇ ਗੱਲ ਹੀ ਨਹੀਂ ਹੈਗੀ। ਔਰ ਤੀਸਰਾ ਰਿਸਪੌਂਸਿਬਿਲਿਟੀ ਫਿਕਸ ਕਰਨੀ ਜਿਹੜੀ ਬਹੁਤ ਜ਼ਰੂਰੀ ਹੈਗੀ ਹੈ। ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਹੈ ਕਿ ਚੰਡੀਗੜ੍ਹ ਵਿੱਚ ਕੁਝ ਸਾਲ ਪਹਿਲਾਂ ਜਨਰਲ ਰੋਡਰਿਕਸ ਜਦੋਂ ਗਵਰਨਰ ਸੀਗੇ, ਬੜਾ ਖੂਬਸੂਰਤ ਕਮਿਊਨਿਟੀ ਪੁਲਿਸਿੰਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਜਿਹੜਾ ਸੈਕਟਰ ਵਾਈਜ਼ ਮੋਨੀਟਰ ਕਰਦਾ ਸੀਗਾ। ਮੈਨੂੰ ਲੱਗਦਾ ਅੱਜ ਦੇ ਦਿਨ ਮਿਨੀਮਮ ਹੱਲ ਇਹ ਹੈ, ਪੁਲਿਸ ਨੂੰ ਵੀ ਸੈਂਸਿਟਾਈਜ਼ ਕਰੋਗੇ ਪਰ ਫਿਰ ਵੀ ਹਰ ਕੋਨੇ ਹਰ ਚੱਪੇ ਤੇ ਤੁਸੀਂ ਨਹੀਂ ਖੜਾ ਸਕਦੇ। ਇੱਕ ਸੋਸ਼ਲ ਰਿਸਪੌਂਸਿਬਿਲਿਟੀ ਨੂੰ ਨਾਲ, ਲਾਅ ਐਂਡ ਆਰਡਰ ਦੇ ਨਾਲ ਨਾਲ ਸੋਸ਼ਲ ਰਿਸਪੌਂਸਿਬਿਲਿਟੀ ਵੀ ਚੱਲੇ। ਸੀਨੀਅਰ ਸਿਟੀਜ਼ਨ ਚੈਪਟਰ ਚੰਡੀਗੜ੍ਹ ਵਿੱਚ ਹਰ ਸੈਕਟਰ ਵਿੱਚ ਹੈ। ਸਵਾਲ ਕਰੀਏ ਨਾ ਅੱਜ ਕਿ ਜੇ ਇਹ ਚੈਪਟਰ ਹੀ 2-2 ਘੰਟੇ ਪਾਰਕਾਂ 'ਚ ਬਹਿ ਕੇ ਸੱਥ ਦਾ ਰੋਲ ਪਲੇ ਕਰ ਦੇਵੇ, ਵੈਲਫੇਅਰ ਐਸੋਸੀਏਸ਼ਨਸ ਇੰਨਾ ਵੱਡਾ ਟੈਗ ਲੱਗਾ ਹੋਇਆ ਹੈ, ਇਹਨਾਂ ਨੂੰ ਥੋੜਾ ਜਿਹਾ ਸੈਂਸਿਟਾਈਜ਼ੇਸ਼ਨ ਦਾ ਤੇ ਇੱਕ ਵਾਚ ਡੌਗ ਦਾ ਵੀ ਰੋਲ ਦਈਏ। ਪਰ ਮੈਂ ਜ਼ਰੂਰ ਕਹੂੰਗੀ ਕਿ ਪ੍ਰਸ਼ਾਸਨ ਨੂੰ ਆਪਾਂ ਮੁਕਤ ਨਹੀਂ ਕਰ ਸਕਦੇ। ਸਾਨੂੰ ਬਿਲਕੁਲ ਸਟ੍ਰਿਕਟ ਲਾਅ ਇੰਪਲੀਕੇਸ਼ਨ ਕਰਨੀ ਪਏਗੀ ਔਰ ਜੋ ਅੱਜ ਦੇ ਹਾਲਾਤ ਨੇ, ਦਿਨ ਰਾਤ ਸਿਰ ਜੋੜ ਕੇ ਜਿੰਨੇ ਐਫਰਟ ਪੁਲਿਸ ਦੇ ਅੱਜ ਤੱਕ ਹੁੰਦੇ ਨੇ ਉਹਨਾਂ ਨੂੰ ਨਕਾਰਨਾ ਪਊਗਾ। ਕਿਉਂਕਿ ਜੇ ਤੁਹਾਡੇ ਐਫਰਟਸ ਤੋਂ ਬਾਅਦ ਰਿਜ਼ਲਟ ਇਦਾਂ ਦੇ ਨੇ ਫਿਰ ਤੁਸੀਂ ਐਫਰਟ ਕੀ ਕਰ ਰਹੇ? ਬਿਲਕੁਲ ਤੁਹਾਨੂੰ ਕਹਿਣਾ ਪਊਗਾ। ਦਲਜੀਤ ਨੇ ਹੁਣੇ ਗੱਲ ਕੀਤੀ ਹੈ, ਚੰਡੀਗੜ੍ਹ ਦੇ ਵਿੱਚ ਜਿਹੜਾ ਵਿਮਨ ਐਂਡ ਚਾਈਲਡ ਸੈੱਲ ਹੈਗਾ ਉਹ ਆਪਣੇ ਲੈਵਲ ਤੇ ਕਾਫੀ ਕੰਮ ਕਰ ਰਿਹਾ ਹੈ। ਪਰ ਅਨਫੋਰਚੂਨੇਟ ਪਾਰਟ ਇਹ ਹੈਗਾ ਕਿ ਇਸ਼ੂਜ਼ ਇੰਨੇ ਜ਼ਿਆਦਾ ਨੇ, ਫੈਮਿਲੀ ਡਿਸਪਿਊਟਸ ਇੰਨੇ ਜ਼ਿਆਦਾ ਨੇ ਕਿ ਮਤਲਬ ਡਿਪਾਰਟਮੈਂਟ ਉਲਝ ਕੇ ਰਹਿ ਜਾਂਦਾ। ਹਾਲੇ ਕਿ ਜਿਹੜੀਆਂ ਵਿਮਨ ਪੁਲਿਸ ਆਫੀਸਰਸ ਨੇ ਦੇ ਆਰ ਮੋਰ ਸੈਂਸਿਟਿਵ। ਮੈਂ ਕਹੂੰਗੀ ਕਿ ਉਹ ਬੜੀ ਸਿੰਸੀਅਰਿਟੀ ਨਾਲ ਆਪਣਾ ਰੋਲ ਪਲੇ ਕਰਨ ਦੀ ਕਰਦੀਆਂ ਨੇ, ਪਰ ਲੋੜ ਹੈ ਅੱਜ ਸਾਨੂੰ ਇੱਕ ਫੂਲ ਪ੍ਰੂਫ ਸਿਸਟਮ ਨੂੰ ਸਾਹਮਣੇ ਲਿਆਉਣ ਦੀ। ਇਹ ਸੱਚਮੁੱਚ ਸ਼ਰਮ ਦੀ ਗੱਲ ਹੈ ਕਿ ਇਹੋ ਜਿਹੀ ਮਾਨਸਿਕਤਾ ਕਿਉਂ ਪੈਦਾ ਹੋਵੇ ਕਿ ਬੱਚੀ ਸੜਕ ਤੇ ਜਾਂਦੇ ਜਾਂ ਪਾਰਕ 'ਚ ਜਾਂਦੇ ਸੇਫ ਨਹੀਂ ਹੈ। ਬਿਲਕੁਲ ਠੀਕ ਹੈ। ਪ੍ਰਭਜੋਤ ਕੌਰ ਜੀ, ਇੱਕ ਗੱਲ ਜਿਹੜੀ ਅੱਜ MP ਕਿਰਨ ਖੇਰ ਹੋਰਾਂ ਨੇ ਵੀ ਕਹੀ ਹੈ ਕਿ ਮਰਦਾਂ ਦਾ ਮਾਈਂਡ ਸੈੱਟ ਹੈ, ਉਸ ਮਾਈਂਡ ਨੂੰ ਬਦਲਣ ਦੀ ਜ਼ਰੂਰਤ ਹੈ ਤੇ ਘਰ ਰੱਖ ਕੇ ਉਹਨਾਂ ਦਾ ਮਾਈਂਡ ਜਿਹੜਾ ਉਹ ਬਦਲੋ। ਕਿਹੋ ਜਿਹੀ ਮਾਨਸਿਕਤਾ ਹੈ ਜਿਹੜੀ ਨਾ ਘਰ ਦੇ ਵਿੱਚ ਮਹਿਫੂਜ਼ ਰਹਿਣ ਦਿੰਦੀ ਹੈ ਧੀਆਂ ਨੂੰ, ਨਾ ਬਾਹਰ ਰਹਿਣ ਦਿੰਦੀ ਹੈ? ਦੇਖੋ ਜੀ, ਇਹ ਮਾਨਸਿਕਤਾ ਜਿਹੜੀ ਮਰਦਾਂ ਦੀ ਹੈ, ਔਰਤਾਂ ਦੀ ਹੈ, ਮੈਂ ਇਹਦੇ ਵਿੱਚ ਬਹੁਤੀ ਗੱਲ ਨਹੀਂ ਜਾਵਾਂਗੀ ਕਿ ਮਰਦ ਔਰ ਔਰਤ ਦੀ ਮਾਨਸਿਕਤਾ। ਲੱਗਦਾ ਮਾਨਸਿਕਤਾ ਇੱਕ ਹੀ ਹੈ। ਸਾਨੂੰ ਟੋਟਲ ਸਟਰਕਚਰ ਜੋ ਫੈਮਿਲੀ ਦਾ ਹੈ ਨਾ ਉਹ ਠੀਕ ਕਰਨਾ ਪਏਗਾ। ਮੈਂ ਵਨਸ ਅਗੇਨ ਆਈ ਰਿਪੀਟ ਕਿ these are the symptoms of a deeper malaise। ਸਭ ਬੜੀ ਡੂੰਘੀ ਸਮੱਸਿਆ ਹੈ। ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਰਾਜ ਰੰਗ ਮਾਲ ਰੰਗ, ਰੰਗ ਦਿੱਤਾ ਨੱਚੈ ਨੰਗ। ਜਦੋਂ ਤੁਹਾਡੀ ਸਪਿਰਿਚੁਅਲ ਔਰ ਮੋਰਲ ਸਟਾਰਵੇਸ਼ਨ ਹੋ ਜਾਂਦੀ ਹੈ ਨਾ, ਮੋਰਲ ਬੈਂਕਰਪਸੀ ਹੋ ਜਾਂਦੀ ਹੈ ਤੇ ਪੈਸਾ ਬਹੁਤ ਆ ਜਾਂਦਾ ਹੈ ਤੇ ਉਦੋਂ ਰੰਗ ਦਿੱਤਾ ਨੱਚੈ ਨੰਗ, ਬੰਦਾ ਨੰਗਾ ਹੋ ਕੇ ਨੱਚਣ ਲੱਗ ਜਾਂਦਾ। ਮੈਂ ਜਦੋਂ ਇਹ ਦੁੱਖ ਪੜੀ ਤੇ ਮੈਨੂੰ ਲੱਗਿਆ ਇਹ ਤੇ ਅੱਜ ਦੀ ਸੁਸਾਇਟੀ ਦੇ ਬੜਾ ਕਮੈਂਟ ਹੈ। ਰਾਜ ਰੰਗ ਮਾਲ ਰੰਗ, ਰਾਜ ਵੀ ਆ ਗਿਆ, ਪੈਸਾ ਵੀ ਆ ਗਿਆ, ਸਾਡੇ ਕੋਲ ਮਾਲ ਵੀ ਆ ਗਿਆ ਤੇ ਇਸ ਰੰਗ ਦੇ ਵਿੱਚ ਅਸੀਂ ਨੰਗੇ ਹੋ ਕੇ ਨੱਚਣ ਲੱਗ ਪਏ। ਸੋ ਮੈਨੂੰ ਲੱਗਦਾ ਹੈ ਕਿ ਇਹ ਸਾਨੂੰ ਜਿਹੜੀ ਆਪਣੀ ਸਪਿਰਿਚੁਅਲ ਐਂਡ ਮੋਰਲ ਬੈਂਕਰਪਸੀ ਉਹਨੂੰ ਜਿੰਨੀ ਦੇਰ ਤੱਕ ਦੂਰ ਨਹੀਂ ਕਰਦੇ। ਇੱਕ ਹੋਰ ਗੁਰਬਾਣੀ ਦੀ ਤੁਕ ਮੇਰੀਆਂ ਧਿਆਨ ਵਿੱਚ ਆ ਰਹੀ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ 15ਵੀਂ ਸਦੀ ਵਿੱਚ ਕਹਿੰਦੇ ਨੇ ਕਿ ਪੋਸੀਬਲ ਹੈ ਕਿ ਪਰਮਾਣੂ ਦੀ ਮਦਦ ਦੇ ਨਾਲ ਬੰਦਾ ਇੰਨੀ ਤਰੱਕੀ ਕਰ ਲਿਆ ਕਿ ਦੀਪਾਂ ਲੋਆਂ ਖੰਡਾਂ ਵੱਲ ਪਿੰਡਾਂ ਦੀ ਸੈਰ ਕਰ ਸਕਦਾ। ਪਰ ਇਹ ਸਾਰੀ ਅਚੀਵਮੈਂਟ ਤੋਂ ਬਾਅਦ ਵੀ ਕਹਿੰਦਾ ਕੋਈ ਫਾਇਦਾ ਨਹੀਂ ਜੇ ਬਿਨਾਂ ਸਾਧਨਾ ਸਿੱਧ ਤੇ। ਇਫ ਯੂ ਡੋਂਟ ਬਿਕਮ ਅ ਗੁੱਡ ਹਿਊਮਨ ਬੀਇੰਗ ਤੇ ਸਾਰੀ ਪ੍ਰੋਗਰੈਸ ਦਾ ਕੋਈ ਫਾਇਦਾ ਨਹੀਂ। ਸੋ ਦ ਮੇਨ ਜੋ ਥ੍ਰਸਟ ਹੈ ਨਾ ਹੋਇਆ ਕਿ ਵੀ ਸ਼ੁੱਡ ਫੋਕਸ ਔਨ ਬੀਇੰਗ ਗੁੱਡ ਹਿਊਮਨ ਬੀਇੰਗਸ। ਇਲ ਫੇਅਰਸ ਦਾ ਲੈਂਡ, ਇੱਕ ਹੋਰ ਮੈਨੂੰ ਗੱਲਾਂ ਕਰਦਾ ਯਾਦ ਆ ਗਈ ਵਿਲੀਅਮ ਗੋਲਡਸਮਿਥ ਦੀ ਲਾਈਨ, ਇਲ ਫੇਅਰਸ ਦਾ ਲੈਂਡ ਵੇਅਰ ਵੈਲਥ ਐਕੂਮੂਲੇਟਸ ਐਂਡ ਮੈਨ ਡਿਕੇ। ਮੈਨੂੰ ਲੱਗਦਾ ਅੱਜ ਇਸ ਵਜੇ ਹਾਲਾਤ ਬਣੇ ਨੇ ਕਿ ਵੈਲਥ ਐਕੂਮੂਲੇਟ ਹੋ ਰਿਹਾ ਹੈ, ਪੈਸਾ ਇਕੱਠਾ ਹੋ ਰਿਹਾ ਹੈ, ਮਾਂ-ਬਾਪ ਕਮਾਈ ਵਿੱਚ ਬਿਜ਼ੀ ਨੇ, ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਐਂਡ ਮੈਨ ਆਰ ਡਿਕੇਇੰਗ। ਬੱਚੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਯੰਗ ਬੱਚੇ ਕਰਦੇ ਨੇ, ਮੇਰਾ ਖਿਆਲ ਹੈ ਕਿ ਉਹ ਇਮੋਸ਼ਨਲ ਸਟਾਰਵੇਸ਼ਨ ਦੇ ਵਿਕਟਿਮਸ ਹੁੰਦੇ ਨੇ। ਤੇ ਇਮੋਸ਼ਨਲ ਸਟਾਰਵੇਸ਼ਨ ਉਦੋਂ ਹੁੰਦੀ ਹੈ ਜਦੋਂ ਮਾਂ-ਬਾਪ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ। ਉਹ ਸਿਰਫ ਪੈਸਾ ਕਮਾਉਣ ਵਿੱਚ, ਪੈਸਾ ਕਮਾਉਣਾ ਬਹੁਤ ਜ਼ਰੂਰੀ ਹੈ, ਨੌਕਰੀਆਂ ਕਰਨੀਆਂ ਵੀ ਔਰਤਾਂ ਲਈ ਬਹੁਤ ਜ਼ਰੂਰੀ ਨੇ, ਵਿਮਨ ਐਮਪਾਵਰਮੈਂਟ ਵੀ ਬਹੁਤ ਜ਼ਰੂਰੀ ਹੈ। ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗੀ ਕਿ ਵਿਮਨ ਐਮਪਾਵਰਮੈਂਟ ਦੇ ਜਿਹੜਾ ਤੁਸੀਂ ਇਸ਼ੂ ਲਿਆ ਕਿ ਵਿਮਨ ਐਮਪਾਵਰਮੈਂਟ ਦੇ ਜਦੋਂ ਅਸੀਂ ਪ੍ਰੋਗਰਾਮ ਹੋਲਡ ਕਰਦੇ ਆ ਨਾ ਤੇ ਨਾਟ ਓਨਲੀ ਵਿਮਨ ਸ਼ੁੱਡ ਬੀ ਇਨਵਾਈਟਡ, ਬੰਦਿਆਂ ਨੂੰ ਇਨਵਾਈਟ ਕਰਨਾ ਚਾਹੀਦਾ ਨਾਲ, ਕਿਉਂਕਿ ਬੰਦੇ ਵੀ ਸੈਂਸਿਟਿਵ ਇਸ ਤਾਂ ਹੋਣਗੇ ਜੇ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣਗੀਆਂ। ਅਸੀਂ ਅਲੱਗ-ਅਲੱਗ ਕਰ ਦਿੱਤਾ ਸਾਰੇ। ਠੀਕ ਹੈ। ਸ਼ੀਰੂ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਆਉਂਦੀ ਹੈ, ਜਿਵੇਂ ਹਰਜਿੰਦਰ ਕੌਰ ਜੀ ਨੇ ਕਿਹਾ
ਕਿੰਨੀਆਂ ਕੁ ਜ਼ਿੰਮੇਵਾਰੀਆਂ ਅਸੀਂ ਲੈਂਦੇ ਆ। ਜ਼ਰੂਰ ਮਸ਼ਾਲ ਲੈ ਕੇ ਜਾਂ ਅਸੀਂ ਪ੍ਰੋਟੈਸਟ ਕਰਨ ਦੇ ਲਈ ਸੜਕਾਂ ਤੇ ਆਉਂਦੇ ਆ, ਥਾਣੇ ਜ਼ਰੂਰ ਘੇਰਦੇ ਆ, ਪਰ ਆਪਣੀ ਜ਼ਿੰਮੇਵਾਰੀ ਅਸੀਂ ਨਹੀਂ ਪਾਉਂਦੇ। ਹੁਣ ਤੁਹਾਡੀ ਸੰਸਥਾ ਦੀ ਗੱਲ ਮੈਂ ਕਰਦਾ, ABVP, ਤੁਸੀਂ ਇੱਕ ਗੱਲ ਦੱਸ ਦਿਓ ਮੈਨੂੰ, ਤੁਸੀਂ ABVP ਐਜ਼ ਅ ਸੰਸਥਾ ਨੇ ਕੋਈ ਅਜਿਹਾ ਪ੍ਰੋਗਰਾਮ ਲਿਖਿਆ, ਕੋਈ ਅਜਿਹੀ ਅਵੇਅਰਨੈਸ ਕੈਂਪ, ਕੋਈ ਅਵੇਅਰਨੈਸ ਤੁਸੀਂ ਜਾਗਰੂਕਤਾ ਰੈਲੀ ਕੱਢੀ ਹੈ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਸਕੋ? ਬਿਲਕੁਲ, ਸਾਡਾ ABVP ਦਾ ਮੇਨ ਮੁੱਦਾ ਇਹੀ ਰਹਿੰਦਾ ਹੈ ਕਿ ਲੜਕੀਆਂ ਲਈ ਇਹ ਬਹੁਤ ਇਹੋ ਜਿਹੇ ਕਾਰਜਕ੍ਰਮ ਦੇਸ਼ ਭਰ ਦੇ ਵਿੱਚ ਹੁੰਦੇ ਹੈ ਜਿਨ੍ਹਾਂ ਦੇ ਥਰੂ ਅਸੀਂ ਗਰਲਜ਼ ਨੂੰ ਐਜੂਕੇਟ ਕਰਦੇ ਹਾਂ ਤੇ ਉਹਨਾਂ ਦੀ ਪ੍ਰੋਬਲਮਸ ਨੂੰ ਵੀ ਜਾਣਦੇ ਹਾਂ। ਔਰ ਰੀਸੈਂਟਲੀ ਜੋ ਆਪਣਾ ਨਿਰਭਇਆ ਕੇਸ ਹੋਇਆ ਸੀ ਦਿੱਲੀ ਦੇ ਵਿੱਚ, ਸਭ ਤੋਂ ਜ਼ਿਆਦਾ ਰੋਲ ਜੋ ਹੈ ABVP ਨੇ ਉੱਥੇ ਨਿਭਾਇਆ ਤੇ ਸਜ਼ਾ ਮਿਲਣ ਤੱਕ ਨਾਲ ਲੱਗੀ ਰਹੀ। ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ, ਬਹੁਤ ਸਾਰੀ ਉਦੋਂ ਸਰਕਾਰ ਤੁਹਾਡੀ ਪਾਰਟੀ ਦੀ ਨਹੀਂ ਸੀ ਤਾਂ ਤੁਸੀਂ ਬੜਾ ਜ਼ੋਰਦਾਰ ਪ੍ਰੋਟੈਸਟ ਕੀਤਾ। ਹੁਣ ਤੁਹਾਡੀ ਪਾਰਟੀ ਦੀ ਸਰਕਾਰ ਹੈ, ਹੁਣ ਤੁਸੀਂ ਪ੍ਰੋਟੈਸਟ ਕਿਉਂ ਨਹੀਂ ਕਰਦੇ? ਪ੍ਰੋਟੈਸਟ ਚੱਲ ਰਿਹਾ, ਕੋਈ ਦੱਸ ਦਿੰਦੀ ਹਾਂ ਵੀ ਸਾਡੇ ਪਾਰਟੀ ਦੀ ਸਰਕਾਰ ਨਹੀਂ ਹੈ, ਪਰ ਪ੍ਰੋਟੈਸਟ ਚੱਲ ਰਿਹਾ ਹੈ। ਪ੍ਰੋਟੈਸਟ ਹੁਣ ਵੀ ਅਸੀਂ ਕੱਲ ਕਰਕੇ ਹਟੇ ਹਾਂ। 12 ਸਾਲ ਦੀ ਲੜਕੀ ਦੇ ਰੇਪ ਜੋ ਹੋਇਆ ਹੈ ਆਜ਼ਾਦੀ ਦਿਵਸ ਵਾਲੇ ਦਿਨ, ਤਾਂ ਉਸ ਲਈ 17 ਸੈਕਟਰ ਦੇ ਵਿੱਚ ਕੱਲ ਅਸੀਂ ਪ੍ਰੋਟੈਸਟ ਕੀਤਾ ਹੈ ਤੇ ਡਿਮਾਂਡ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਿਆਂ ਮਿਲੇ। ਮੈਂ ਰਿਚਾ ਕੋਹਲੀ ਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਹਾਡੇ ਨਜ਼ਰੀਏ ਦੇ ਨਾਲ ਜੋ ਅਸੀਂ ਵੈਸਟਰਨ ਕਲਚਰ ਦੇਖਦੇ ਹਾਂ, ਮੈਮ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਵੈਸਟਰਨ ਕਲਚਰ ਦੇ ਵਿੱਚ ਸਾਡੇ ਬੱਚੇ ਜਾ ਚੁੱਕੇ ਨੇ, ਉਹ ਬੜਾ ਜ਼ਰੂਰੀ ਹੈ ਕਿ ਉਹਨਾਂ ਨੂੰ ਵੈਲਿਊਜ਼, ਮੋਰਲ ਵੈਲਿਊਜ਼ ਦੇ ਜ਼ਰੀਏ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਉੱਥੋਂ ਦੇ ਕਲਚਰ ਔਰ ਇੱਥੋਂ ਦੇ ਕਲਚਰ ਦੇ ਵਿੱਚ ਫਰਕ ਕੀ ਹੈ। ਇੱਕ ਹਿੱਸਾ ਜ਼ਰੂਰ ਅਪਣਾ ਲਿਆ ਗਿਆ ਪਰ ਬਾਕੀ ਚੀਜ਼ਾਂ ਨੂੰ ਅਸੀਂ ਅਪਣਾ ਨਹੀਂ ਸਕੇ। ਤੁਹਾਨੂੰ ਲੱਗਦਾ कि ये अवेयरनेस थी, इस तरह की जरूरत ज्यादा? एब्सोल्युटली, हमने उनका कल्चर तो अडेप्ट कर लिया, पर हमने उनके लॉ एंड एनफोर्समेंट को नहीं देखा। आई मीन वहाँ पे लॉ एंड एनफोर्समेंट इज सो गुड कि रात को भी 12 बजे यू कैन इजीली ड्राइव बैक होम विदाउट एनी फियर, बिकॉज यू नो देयर इज अ कार फॉलोइंग यू। And there was an incident that happened to me. I was driving at midnight, US में, and the police car stopped me. I was speeding, so he stopped me and he said, "Ma'am, is everything okay?" I said, "Yeah, everything's fine. I wasn't feeling too well." कहते तो can I drop you home? Why don't you just park your car here and I'll drop you home, but don't drive like that on the road. So the law and enforcement over there is so strong that you're scared of committing any crimes. You know, speeding tha wo to. So similarly, I think our law and enforcement over here, if we can follow the culture, there's no harm in following the culture, but follow everything. वहाँ के laws, वहाँ के police is very strong. वहाँ पे self defense classes are taken. Personally, I have attended a lot of classes. वहाँ पे ladies के लिए separate classes होती है, county classes होती है. Similarly, like we need to conduct classes, awareness in schools, colleges. Children need to know how do they do self defense, how do they protect themselves if something like this was to happen. So that's very important. Another suggestion that I had was because हमारे देश में इतने they're senior citizens, why not use their services? So why can't we combine our orphanages and senior citizen homes? Why do we have them separately? अगर 50% जो orphans है वो senior citizen home में जाएं, and similarly we exchange, so there's protection everywhere for them. So there are small things that we need to do, and I think once we get there, awareness is there now, and everybody is willing to change. I think we all need to work together. ठीक है हरजिंदर कौर जी, एक सवाल मेरा थोड़ा जिहा सियासी भी हो सकता है। ਜਿਹੜਾ ਵਰਨਿਕਾ ਵਿਕਾਸ ਵਾਲਾ ਕੇਸ ਸੀਗਾ, ਆਮ ਤੌਰ ਤੇ ਜਿਹੜੀ ਸਿਆਸੀ ਸਫਿਆਂ ਦੇ ਵਿੱਚ ਖਬਰ ਹੈ ਕਿ ਜੇ ਉਹ ਦੋਵੇਂ ਹਾਈ ਪ੍ਰੋਫਾਈਲ ਨਾ ਹੁੰਦੇ ਤਾਂ ਇਹ ਮਾਮਲਾ ਜਿਹੜਾ ਇੰਨਾ ਵੱਡਾ ਤੂਲ ਨਾ ਫੜਦਾ, ਨਾ ਹੀ ਇੰਨੀ ਛੇਤੀ ਕਾਰਵਾਈ ਵਿਕਾਸ ਤੇ ਹੁੰਦੀ। ਕਿ ਆਮ ਲੋਕਾਂ ਦੇ ਲਈ ਕਾਨੂੰਨ ਹੋਰ ਤੇ ਜਿਹੜੇ VIPs ਨੇ ਉਹਨਾਂ ਲਈ ਕਾਨੂੰਨ ਹੋਰ ਹੈ ਮੁਲਕ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਇਸ ਸ਼ਹਿਰ ਦੇ ਵਿੱਚ? ਹਰਪ੍ਰੀਤ ਜੀ, ਇਸ ਫੈਕਟ ਨੂੰ ਸਾਨੂੰ ਡਿਨਾਈ ਨਹੀਂ ਕਰਨਾ ਚਾਹੀਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ ਇੱਥੇ ਬਿਲਕੁਲ। ਜੇ ਕਾਨੂੰਨ ਇੱਕੋ ਜਿਹਾ ਹੋਵੇ ਤੇ ਹਰ ਕੇਸ ਦਾ ਰਿਜ਼ਲਟ ਵੀ ਇੱਕੋ ਜਿਹਾ ਹੋਵੇ, ਕਿਉਂਕਿ ਅਜੇ ਬਹੁਤ ਸਾਰੇ ਮਾਮਲੇ ਹੁੰਦੇ ਨੇ ਜਿਹੜੇ ਫਾਈਲਾਂ ਦੇ ਵਿੱਚ ਦਬ ਕੇ ਰਹਿ ਜਾਂਦੇ ਨੇ ਜਾਂ ਥਾਣੇ ਹੀ ਉਹਨਾਂ ਦੀ ਰਜ਼ਾਮੰਦੀ ਹੋ ਕੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਂਦਾ। ਇਹ ਹਾਈ ਪ੍ਰੋਫਾਈਲ ਮਾਮਲਾ ਸੀ ਤਾਂ ਮੈਨੂੰ ਲੱਗਦਾ ਇਹਨਾਂ ਹਾਈਲਾਈਟ ਬਿਲਕੁਲ ਅੱਧੀ ਰਾਤ ਨੂੰ ਇਸ ਤਰ੍ਹਾਂ ਐਕਸ਼ਨ ਲੈਣਾ, ਇਹਨੂੰ ਐਪਰੀਸ਼ੀਏਟ ਤਾਂ ਕਰੀਏ, ਪਰ ਇਹਦੇ ਨਾਲ ਕਮਿਟਮੈਂਟ ਇਹ ਹੋਣੀ ਚਾਹੀਦੀ ਕਿ ਇਸ ਤੋਂ ਬਾਅਦ ਜਿੰਨੇ ਵੀ ਕੇਸਿਸ ਹੋਏ ਨੇ ਉਹਨਾਂ ਸਾਰਿਆਂ ਦਾ ਸੇਮ ਸਿਨੈਰੀਓ ਹੋਏ ਤੇ अपने आप च वॉल्यूम बोलता है। बाकी मैम दी गल मैं जरूर आप कहिए कि आपको ये मान लेना चाहिए वैसटर्न वर्ल्ड ज्यादा सिविलाइज्ड है
ਤੇ ਸਾਡੀ ਸਿਵਲਾਈਜੇਸ਼ਨ ਵਾਲੀ ਬੈਂਕਰਪਸੀ ਵੀ ਹੋ ਚੁੱਕੀ ਹੈ। ਮੈਮ ਨੇ ਇਮੋਸ਼ਨਲ ਬੈਂਕਰਪਸੀ, ਵੈਲਿਊ ਕਲਚਰ ਦੀ ਗੱਲ ਕੀਤੀ ਹੈ। ਅਸੀਂ ਸਿਵਲ ਸੁਸਾਇਟੀ ਦਾ ਪ੍ਰਮਾਣ ਨਹੀਂ ਦੇ ਰਹੇ, ਅਸੀਂ ਤਾਂ ਬਿਲਕੁਲ ਜੰਗਲ ਰੂਲ ਵਾਲੀ ਗੱਲ ਤੇ ਆ ਚੁੱਕੇ ਹੋਏ ਆ। ਔਰ ਜਿਹੜੀ ਸੈਂਸਿਟਾਈਜੇਸ਼ਨ ਦੀ ਗੱਲ ਹੈ, ਐਜ਼ ਕਮਿਸ਼ਨ ਮੈਂ ਜਦੋਂ ਤੋਂ ਜੁਆਇਨ ਕੀਤਾ, ਮੈਂ ਪੌਕਸੋ ਦੇ ਲਈ ਰੈਗੂਲਰ ਪ੍ਰੋਗਰਾਮ ਚਲਾਇਆ ਸੈਂਸਿਟਾਈਜੇਸ਼ਨ ਦੇ, ਸਕੂਲਸ ਦੇ ਵਿੱਚ ਅਵੇਅਰਨੈਸ। ਅੱਜ ਵੀ ਅਸੀਂ ਪਿਛਲੇ 15 ਦਿਨ ਤੋਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀਜ਼ ਨਾਲ ਏਰੀਆਜ਼ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ, ਚੰਡੀਗੜ੍ਹ ਦੇ ਬਾਈ ਪਿੰਡਾਂ ਜਾ ਕੇ ਫਿਲਮ ਦਿਖਾ ਰਹੇ ਹਾਂ ਪੌਕਸੋ ਸੈਂਸਿਟਾਈਜ਼ੇਸ਼ਨ। ਬਟ एक बहुत छोटा जिहा अटैम्प्ट है, बहुत सारिया बावां, बहुत सारे हत्थां दी लोड़ है कि असी ज्वाइन करिए ते असी वेरियस एनजीओज अगे आके उदों पता लगेगा। एनजीओ जदों मेरे वर्गे प्लेस ते जिथे मैं कमिशन च बैठी हां या किसी चाइल्ड केयर इंस्टीट्यूशन च बैठी हां, उत्थे कोई एनजीओ आके कहे कि असी एक जिम्मा संभालना, सानू जिम्मेवारी दिओ। और केवल 22 पिंड ने चंडीगढ़ दे विच, थोड़ा जिहा एरियाज है, एक सैक्टर नूं सामभण ते कोई बहुत वड्डी गल नहीं लगदी। मैनूं लगदा है जिथे असी सरकार नूं मजबूर करिए कि वो कानून लॉ एंड ऑर्डर स्ट्रिक्टली इंप्लीमेंट करे, उत्थे सानू ये स्टेक होल्डर्स नूं भी हिट करना चाहिए है कि जे उन्हां दे क्लेम ते टैग ने ते उहदी कंट्रीब्यूशन बहुत इंपॉर्टेंट बनती है, जिहड़ी असीं नहीं दे पा रहे। इसे करके ते क्राइम इन्ना वधी जा रहा है। बिल्कुल, इसे करके क्राइम वधदा जा रहा है। और इसलिए जरूरी सिर्फ ना पुलिस प्रशासन दा बल्कि सारिਆਂ ਦੀ ਜ਼ਿੰਮੇਵਾਰੀ है। और ਜ਼ਿੰਮੇਵਾਰੀ घर तो शुरू होनी चाहिए, अपने पेरेंट्स तो शुरू होनी चाहिए, उस तो बाद असीं किसी होर नूं कसूरवार ठहरा सकते हैं। एक आखिरी सवाल प्रभजोत कौर जी मेरा तुहाडे तो हैगा, सब तो वड्डी ते पहली जिम्मेवारी किस दी फिक्स करिए, और इस मंच ते असी एक जिम्मेवारी फिक्स करके जाना चाहते हैं तां जो शुरुआत असी अपने चैनल तो कर सकीए। मैं समझदी हां भी सब तो वड्डी जिम्मेवारी माँ बाप दी है। माँ बाप ने द फर्स्ट स्कूल ऑफ द चाइल्ड इज होम, एट होम। फर्स्ट टीचर इज द मदर, एंड मैं कहांगी कि फादर भी है। फादर ने मैं जिम्मेवारी तो नहीं हटाना चाहांगी, पर मदर सर्टनली ज्यादा रोल प्ले कर सकती है बिकॉज शी इज देयर विद द चाइल्ड मोस्ट ऑफ द टाइम। ਤੇ ਜੋ ਜੇ ਮਦਰ ਇਹ ਫੈਸਲਾ ਕਰ ਲਏ ਕਿ ਮੈਂ ਲੜਕੇ ਔਰ ਲੜਕੀਆਂ ਨੂੰ ਪਾਲਣ ਦੇ ਵਿੱਚ ਠੀਕ ਤਰੀਕੇ ਨਾਲ ਪਾਲਣਾ, ਲੜਕੀਆਂ ਨੂੰ ਓਵਰ ਇੰਪੋਰਟੈਂਸ ਨਹੀਂ ਦੇਣੀ ਤੇ ਲੜਕੀਆਂ ਨੂੰ ਸਪਰੈਸ ਨਹੀਂ ਕਰਨਾ। ਇਹ ਲੜਕੀਆਂ ਨੂੰ ਜਿਹੜੀ ਓਵਰ ਇੰਪੋਰਟੈਂਸ ਦਿੱਤੀ ਜਾ ਰਹੀ ਹੈ ਸਾਡੀ ਸੋਸਾਇਟੀ ਵਿੱਚ, ਉਹ ਸਮਝਦੇ ਨੇ ਵੀ ਕੈਨ ਗੈਟ ਅਵੇ ਵਿਦ ਐਵਰੀਥਿੰਗ। ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਲੜਕੀਆਂ ਨੂੰ ਦਬਾਇਆ ਜਾ ਰਿਹਾ ਵੀ ਲੜਕੀਆਂ ਨੇ ਜਿਹੜੀਆਂ। ਪਰ ਹੁਣ ਮੇਰੀ ਲੇਟੈਸਟ ਆਬਜ਼ਰਵੇਸ਼ਨ ਹੈ, ਹੁਣ ਲੜਕੀਆਂ ਨੂੰ ਵੀ ਚੁੱਕਿਆ ਜਾ ਰਿਹਾ, ਉੱਪਰ ਚੁੱਕਿਆ ਜਾ ਰਿਹਾ, but in a negative way। ਉਹਨਾਂ ਨੂੰ ਰਿਸਪੌਂਸਿਬਿਲਿਟੀਜ਼ ਐਂਡ ਡਿਊਟੀਜ਼ ਨਹੀਂ ਦੱਸੀਆਂ ਜਾ ਰਹੀਆਂ, ਸਿਰਫ ਹੱਕ ਦੱਸੇ ਜਾ ਰਹੇ ਨੇ। ਸੋ ਹੱਕ ਐਂਡ ਰਿਸਪੌਂਸਿਬਿਲਿਟੀਜ਼ ਐਂਡ ਡਿਊਟੀਜ਼ ਆਲਵੇਜ਼ ਗੋ ਟੂਗੇਦਰ। ਜ਼ਿਆਦਾ ਗੁਰੂ ਨਾਨਕ ਨੇ ਤੇ ਡਿਊਟੀਜ਼ ਦੀ ਗੱਲ ਜ਼ਿਆਦਾ ਕੀਤੀ ਹੈ ਤੇ ਹੱਕਾਂ ਦੀ ਗੱਲ ਘੱਟ ਕੀਤੀ ਹੈ। ਅਸੀਂ ਹੱਕਾਂ ਦੀ ਜ਼ਿਆਦਾ ਕਰਨ ਲੱਗੇ, ਡਿਊਟੀਜ਼ ਦੀ ਜ਼ਿਆਦਾ ਘੱਟ ਕਰਨ ਲੱਗੇ। ਸੋ ਸਾਨੂੰ ਇਸ ਪਾਸੇ ਚੱਲਣ ਦੀ ਲੋੜ ਹੈ, ਡਿਊਟੀਜ਼ ਵੱਲ ਧਿਆਨ ਦੇਈਏ। ਬਹੁਤ ਬਹੁਤ ਧੰਨਵਾਦ ਜੀ ਸਾਰੇ ਮਹਿਮਾਨਾਂ ਦਾ। और हकों के नाल तुहानूं जिम्मेवारियां भी समझणियां बड़ियां जरूरी ने। जिम्मेवारियां सिर्फ घर प्रति नहीं, जिम्मेवारियां समाज प्रति भी बहुत ज़्यादा ने। नौकरी भी जरूरी है, पैसा कमाना भी जरूरी है, काम करना भी जरूरी है, पर मैनूं लगता है सब तो ज़्यादा जरूरी है औलाद। क्योंकि पैसा शायद तुसीं 5 7 10 साल बाद फिर कमा सकते हो, जो औलाद एक बार विगड़ गई दोबारा लाइन ते लैके आनी बड़ी मुश्किल है। सो साडी अपील फैमिलीज़ नूं भी है, जिस तरह मैंने देखा कि शुरुआत अपने परिवार अपने घरों करो, अपने बच्चों नूं जरूरी है उन्हां कदरां कीमतां दे नाल जोड़ो जो एक नरोई समाज की सिरजना कर सकदियां ने। इस तो इलावा पुलिस प्रशासन ते तां असीं बैठे ही हां, जरूर उन्हां ते सवाल असीं चुकदे रहांगे। देश दुनिया दी बाकी खबरां लई बने रहो PTC न्यूज़ दे नाल। धन्नवाद।